ਰੇਡੀਓ ਦੇ ਨਾਲ ਜੁੜ ਚੁੱਕੇ ਸਾਰੇ ਲਿਸਨਰਸ ਨੂੰ ਮੀਨਾਕਸ਼ੀ ਵੱਲੋਂ ਵੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਦਾ ਵੈਲਕਮ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵੀਰਵਾਰ ਦਾ ਪ੍ਰੋਗਰਾਮ 29 ਅਪ੍ਰੈਲ ਦਾ, ਔਰ ਮੇਰੇ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਸ਼ਬਦ ਬਹੁਤ ਪਿਆਰਾ ਸੀ ਸੁਣਿਆ ਹੈ, ਔਰ ਵੈਦਰ ਵੀ ਜਿਹੜਾ ਪਿਆਰਾ ਹੀ ਹੈ। ਇਸ ਵੇਲੇ ਜਿਹੜੀ ਸਵੇਰ ਦੀ ਥੋੜੀ ਜਿਹੀ ਡ੍ਰਿਜ਼ਲ ਚੱਲ ਰਹੀ ਸੀਗੀ, ਔਰ ਬਾਰਿਸ਼ ਵਿੱਚ ਪੈਂਦੀ ਰਹੀ ਹੈ, ਔਰ 10 ਡਿਗਰੀ ਮੈਕਸਿਮਮ ਅੱਜ ਦਾ ਤਾਪਮਾਨ ਜਿਹੜਾ ਹੈ ਹੁਣ ਤੱਕ ਜਾ ਚੁੱਕਾ ਸੀ। ਮੈਕਸਿਮਮ ਜਿਹੜਾ 13 ਤੱਕ ਜਾਣਾ ਹੈ, ਹਜੇ ਵੀ 3 ਡਿਗਰੀਜ਼ ਹੋਰ ਜਿਹੜਾ ਤਾਪਮਾਨ ਉੱਪਰ ਜਾ ਸਕਦਾ ਹੈ। ਬੱਦਲਵਾਈ ज़्यादा है और बारिश जी है तकरीबन सवेर की जी है पै रही है, और शाम जी नूं जाके थोड़ी जी बारिश क्लीयर होएगी, और कल का जो तापमान है फिर 10 डिग्री होएगा, धुप होएगी, बदल होणगे, और शनिवार नूं फिर 13 डिग्री हाई बदलवाई बहुती तौर पर, इतवार नूं फिर 13 डिग्री हाई धुप निकलेगी पर बारिश भी होएगी। सोमवार और मंगलवार फिर 18 ते 16 डिग्री हाई होएगा बदलवाई, तो इस दे नाल बारिश जी है पैंदी रहेगी। ट्रैफिक टिकटां, स्पीडिंग दी टिकट, स्टंट ड्राइविंग, केयरलैस ड्राइविंग, सस्पेंडिड लाइसेंस ते गड्डी चलाउणा जां फिर रेड लाइट कैमरे दी टिकट होवे। पॉइंट सेवर दे कानूनी एक्सपर्ट अफोर्डेबल ऑप्शनां नाल तुहाडे जुर्माने घट जां फिर माफ करवा सकदे हन। ਇਹ ਹਾਰੇ ਹੋਏ ਕੇਸਾਂ ਦੀ ਅਪੀਲ ਵੀ ਕਰਦੇ ਹਨ। ਟ੍ਰੈਫਿਕ ਟਿਕਟਾਂ ਨਾਲ ਆਪ ਨਜਿੱਠਣ ਦੀ ਬਜਾਏ ਪੁਆਇੰਟ ਸੇਵਰ ਦੇ ਐਕਸਪਰਟਸ ਨੂੰ ਕਾਲ ਕਰੋ 844 764 6877 844-764-6877। केसेस आए ने कल नालों थोड़े ज़्यादा ने केसेस, कल 3480 आए सीगे, आज आए ने 3871। 41 मौतां भी होईयां ने, और हुण तक 8029 मौतां ओंटारियो दे विच हो चुकीआं ने, जिन्हां विचों जिहड़े पिछले 24 घंटिਆਂ ਦੇ ਵਿੱਚ मौतां होईयां ने, 2 मौतां 20 ਤੋਂ ਲੈ ਕੇ 39 ਸਾਲ ਤੱਕ ਦੀ ਉਮਰ ਦੇ ਵਿੱਚ ਵੀ ਹੋਈਆਂ ਨੇ, 4 ਮੌਤਾਂ ਹੋਈਆਂ ਨੇ 40 ਤੋਂ ਲੈ ਕੇ 59 ਸਾਲ ਤੱਕ ਦੇ ਏਜ ਗਰੁੱਪ ਦੇ ਵਿੱਚ, 18 ਮੌਤਾਂ ਹੋਈਆਂ ਨੇ 60 ਤੋਂ 79 ਸਾਲ ਦੇ ਏਜ ਗਰੁੱਪ ਦੇ ਵਿੱਚ, ਤੇ 17 ਮੌਤਾਂ ਹੋਈਆਂ ਨੇ 18 ਸਾਲ ਤੋਂ 80 ਸਾਲ ਤੋਂ ਉੱਪਰ ਵਾਲੇ ਲੋਕਾਂ ਦੇ ਵਿੱਚ, ਜਿਹੜੀਆਂ 17 ਮੌਤਾਂ ਹੋਈਆਂ ਨੇ। ਐਕਟਿਵ ਕੇਸਿਸ ਇਸ ਵੇਲੇ 38438 ਪਹੁੰਚ ਗਏ ਨੇ। ਥੋੜੇ ਐਕਟਿਵ ਕੇਸਿਸ ਦੀ ਗਿਣਤੀ ਵਿੱਚ ਵੀ ਘਾਟਾ ਹੋਇਆ ਹੈ, ਕਿਉਂਕਿ ਕੁਝ ਰਿਕਵਰੀਜ਼ ਹੋਈਆਂ ਨੇ। ਵੇਰੀਐਂਟ ਕੇਸਿਸ ਵੀ ਹੁਣ 2708 ਤੱਕ ਪਹੁੰਚ ਚੁੱਕੇ ਨੇ ਓਨਟਾਰੀਓ ਦੇ ਵਿੱਚ, ਔਰ ਬ੍ਰਾਜ਼ੀਲ ਦੇ ਜਿਹੜੇ ਵੇਰੀਐਂਟ ਦੇ ਜਿਹੜੇ ਕੇਸਿਸ ਆਏ ਨੇ, ਇੱਕ ਦਿਨ ਦੇ ਵਿੱਚ ਹੀ 96 ਕੇਸਿਸ ਬ੍ਰਾਜ਼ੀਲ ਦੇ ਵੇਰੀਐਂਟ ਦੇ ਆਏ। ਪਹਿਲੀ ਵਾਰੀ ਇਹ ਜਿਹੜਾ ਵੇਰੀਐਂਟ ਹੈ ਬ੍ਰਾਜ਼ੀਲ ਵਾਲਾ, ਇਹ ਫੈਬਰੂਰੀ ਮਹੀਨੇ ਦੇ ਵਿੱਚ ਇੱਕ ਕੇਸ ਆਇਆ ਸੀਗਾ, ਪਰ ਇਹ ਪਹਿਲੀ ਵਾਰੀ ਹੋਇਆ ਹੈ ਕਿ ਇੱਕਦਮ ਇੰਨੇ ਜ਼ਿਆਦਾ ਕੇਸਿਸ ਬ੍ਰਾਜ਼ੀਲ ਦੇ ਵੇਰੀਐਂਟ ਦੇ ਆਏ ਨੇ। ਇਹ ਵੀ ਇੱਕ ਅੱਜ ਦਾ ਜਿਹੜਾ ਹਾਈ ਹੈ। ਔਰ ਟੋਰਾਂਟੋ ਦੇ ਵਿੱਚ ਕੱਲ੍ਹ ਨਾਲੋਂ ਵੱਧ ਕੇਸਿਸ ਨੇ, ਕੱਲ੍ਹ 961 ਕੇਸਿਸ ਟੋਰਾਂਟੋ ਦੇ ਵਿੱਚ ਆਏ ਸੀਗੇ, ਅੱਜ ਆਏ ਨੇ 1172। ਯਾਰਕ ਦੇ ਵਿੱਚ ਵੀ ਇਸ ਤਰ੍ਹਾਂ ਕੇਸਿਸ ਥੋੜੇ ਜਿਹੇ ਘਟੇ ਨੇ। ਯਾਰਕ ਦੇ ਵਿੱਚ 392 ਕੇਸਿਸ ਨੇ, ਪੀਲ ਦੇ ਵਿੱਚ 901 ਹੈਗੇ, ਡਰਹਮ ਦੇ ਵਿੱਚ 292 ਕੇਸਿਸ, ਹਾਲਟਨ ਦੇ ਵਿੱਚ 129 ਕੇਸਿਸ। ਓਨਟਾਰੀਓ ਨੇ 56000 ਟੈਸਟ 56900 ਟੈਸਟ ਜਿਹੜੇ ਨੇ ਪ੍ਰੋਸੈਸ ਕੀਤੇ ਨੇ ਪਿਛਲੇ 24 ਘੰਟਿਆਂ ਦੇ ਵਿੱਚ, ਜਦਕਿ ਕੱਲ ਜਿਹੜੇ ਹੈ ਟੈਸਟ ਘੱਟ ਕੀਤੇ ਗਏ ਸੀਗੇ। ਕੱਲ ਜਿਹੜੇ ਹੈ 50000 ਦੇ ਕਰੀਬ ਟੈਸਟ ਕੀਤੇ ਗਏ ਸੀਗੇ, ਅੱਜ ਜਿਹੜੇ 56900 ਟੈਸਟ ਜਿਹੜੇ ਕੀਤੇ ਗਏ ਨੇ। ਔਰ ਪੋਜ਼ਿਟਿਵਿਟੀ ਰੇਟ ਵੀ ਪ੍ਰੋਵਿੰਸ ਦਾ ਹੁਣ ਥੋੜਾ ਵਧਿਆ ਹੈ, ਕੱਲ 7.2% ਸੀਗਾ, ਅੱਜ 7.6% ਹੈਗਾ ਹੈ। ਔਰ 2248 ਲੋਕ ਇਸ ਵੇਲੇ ਹਸਪੀਟਲਾਈਜ਼ ਨੇ ਪੂਰੇ ਓਨਟਾਰੀਓ ਭਰ ਦੇ ਵਿੱਚ, ਜਿਹੜਾ ਕਿ ਇੱਕ ਦਿਨ ਪਹਿਲਾਂ 2281 ਸੀਗੇ। ਹਸਪੀਟਲ ਦੇ ਵਿੱਚ ਵੀ ਨੰਬਰ ਵਧੇ ਨੇ ਥੋੜੇ ਜਿਹੇ, ਔਰ ਇੰਟੈਂਸਿਵ ਕੇਅਰ ਦੇ ਵਿੱਚ 884 ਲੋਕ ਜਿਹੜੀ ਹੈ ਆਪਣੀ ਟ੍ਰੀਟਮੈਂਟ ਕਰਾ ਰਹੇ ਨੇ, 620 ਲੋਕ ਵੈਂਟੀਲੇਟਰ ਦੀ ਮਦਦ ਦੇ ਨਾਲ ਸਾਹ ਲੈ ਰਹੇ ਨੇ। ਹਾਲਾਂਕਿ ਅਸੀਂ ਦੇਖਿਆ ਹੈ ਕਿ ਕੇਸਿਸ ਦੀ ਵੀ ਗਿਣਤੀ ਜਿਹੜੀ ਹੈ ਓਨਟਾਰੀਓ ਦੇ ਵਿੱਚ ਵਧੀ ਹੈਗੀ ਹੈ, ਔਰ ਪੋਜ਼ਿਟਿਵਿਟੀ ਰੇਟ ਵੀ ਥੋੜਾ ਜਿਹਾ ਵਧਿਆ ਹੈਗਾ। ਟੋਰਾਂਟੋ ਦੇ ਵਿੱਚ ਕੇਸਿਸ ਵੀ ਕੱਲ ਨਾਲੋਂ ਥੋੜੇ ਵਧਿਆ ਹੈ, ਪਰ ਫਿਰ ਵੀ ਜਿਹੜੇ ਸਾਡੇ ਡਾਕਟਰ ਇਜ਼ੈਕ ਬੋਗੋ ਹੈਗੇ ਨੇ, ਡਿਜ਼ੀਜ਼ਜ਼ ਸਪੈਸ਼ਲਿਸਟ, ਉਹਨਾਂ ਦਾ ਇਨਫੈਕਸ਼ੀਅਸ ਡਿਜ਼ੀਜ਼ ਦੇ ਸਪੈਸ਼ਲਿਸਟ ਹੈਗੇ ਨੇ, ਉਹਨਾਂ ਦਾ ਕਹਿਣਾ ਹੈ ਕਿ ਇਹ ਇੱਕ ਚੰਗਾ ਸਾਨੂੰ ਰੁਖ ਨਜ਼ਰ ਆ ਰਿਹਾ ਹੈ ਕਿ ਜਿਹੜੀ ਇਨਫੈਕਸ਼ਨ ਹੈ, ਇਹ ਜਿਹੜਾ ਪੈਂਡੇਮਿਕ ਹੈ, ਇਹ ਥੋੜਾ ਜਿਹਾ ਇੰਪਰੂਵਮੈਂਟ ਵੱਲ ਨੂੰ ਜਾ ਰਿਹਾ ਹੈ। ਇਹ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਨੰਬਰਸ ਨੇ ਉਹ ਸਹੀ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਨੇ। ਭਾਵੇਂ ਸਾਨੂੰ ਲੱਗ ਰਿਹਾ ਹੈ ਕਿ ਇਹ ਥੋੜੇ ਵਧੇ ਹੈ ਨੰਬਰਸ ਕੱਲ ਨਾਲੋਂ, ਪਰ ਇੱਕ अर्ਲੀ ਸਾਈਨਸ ਆਫ ਇੰਪਰੂਵਮੈਂਟ ਹੈਗਾ, ਔਰ ਬਹੁਤ ਫੈਂਟੈਸਟਿਕ ਹੈ, ਇਸ ਨੂੰ ਦੇਖਣਾ ਬੜਾ ਚੰਗਾ ਲੱਗ ਰਿਹਾ ਹੈ। ਪਰ ਹਜੇ ਵੀ ਪ੍ਰੋਵਿੰਸ ਨੂੰ ਬਹੁਤ ਦੇਰ ਤੱਕ ਇਹ ਜਿਹੜਾ ਸਟੈਪ ਜਿਹੜੇ ਕੰਟੀਨਿਊ ਕਰਨੇ ਪੈਣਗੇ, ਕਿਉਂਕਿ ਹਜੇ ਸਾਡਾ ਬੜਾ ਲੰਬਾ ਰਸਤਾ ਹੈ, ਔਰ ਸਾਨੂੰ ਐਨੇ ਹੀ ਧਿਆਨ ਦੇ ਨਾਲ ਇਸ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤੇ ਫਿਰ ਬਸ਼ਰਤੇ ਅਸੀਂ ਬਾਹਰ ਆ ਸਕਦੇ ਹਾਂ, ਪਰ ਟਾਈਮ ਲੱਗੇਗਾ ਇਸ ਦੇ ਵਿੱਚ। ਵੈਕਸੀਨਸ ਦੀ ਗੱਲ ਕਰੀਏ ਤੇ ਹੁਣ ਜਿਹੜਾ ਇੱਕ ਮਾਈਲਸਟੋਨ ਅੱਜ ਸੈਟਅਪ ਹੋ ਗਿਆ ਹੈ, ਹੁਣ ਤੱਕ 5 ਮਿਲੀਅਨ ਤੋਂ ਉੱਪਰ ਡੋਜ਼ਿਸ ਜਿਹੜੀਆਂ ਓਨਟਾਰੀਓ ਭਰ ਦੇ ਵਿੱਚ ਦਿੱਤੀਆਂ ਜਾ ਚੁੱਕੀਆਂ ਨੇ, ਔਰ ਜਿਹੜੇ ਲੋਕੀ ਫੁੱਲੀ ਵੈਕਸੀਨੇਟ ਹੋ ਚੁੱਕੇ ਨੇ 3,68,403 ਲੋਕ ਨੇ ਜਿਹੜੇ ਕਿ ਫੁੱਲੀ ਵੈਕਸੀਨੇਟ ਇਸ ਵੇਲੇ ਹੋ ਚੁੱਕੇ ਨੇ। ਲਓ ਜੀ, ਫਿਰ ਨਾਲ ਦੀ ਨਾਲ ਹੀ ਗੱਲ ਕਰ ਲਈਏ ਭਾਰਤ ਦੀ ਵੀ, ਜਿੱਥੇ ਅੰਟਾਰੀਓ 'ਚ ਤੋਂ ਚੰਗੀ ਖਬਰ ਆ ਰਹੀ ਹੈ ਕਿ ਹੌਲੀ ਹੌਲੀ
ਇਨਫੈਕਸ਼ਨ ਦਾ ਰੇਟ ਘਟਣ ਲੱਗ ਪਿਆ ਹੈ। ਦਿੱਲੀ ਦੇ ਵਿੱਚ ਸਥਿਤੀ ਵੱਧ ਨਾਲੋਂ ਬੱਤਰ ਹੁੰਦੀ ਜਾ ਰਹੀ ਹੈ। 33% ਇਨਫੈਕਸ਼ਨ ਦਾ ਰੇਟ ਹੈ ਉੱਥੇ, 33%। ਔਰ ਤੁਸੀਂ ਸੋਚੋ ਕਿ ਦਿੱਲੀ ਦੇ ਵਰਗਾ ਸ਼ਹਿਰ, ਭੀੜ ਭੜੱਕੇ ਵਾਲਾ ਸ਼ਹਿਰ, ਬਹੁਤ ਵੱਡਾ ਇਹ ਮਹਾਨਗਰ ਹੈ, ਔਰ ਉੱਥੇ ਅੱਜ ਤੱਕ ਦੀਆਂ ਹਾਈਐਸਟ ਐਵਰ ਡੈਥਸ ਦਾ ਵੀ ਜਿਹੜਾ ਅੱਜ ਰੇਟ ਉਹ ਮਿਲਿਆ ਹੈ। 395 ਲੋਕ ਮਾਰੇ ਗਏ ਆ ਦਿੱਲੀ ਦੇ ਵਿੱਚ ਕੋਵਿਡ-19 ਕਰਕੇ। ਇਹ ਹੁਣ ਤੱਕ ਦਾ ਜਦ ਦਾ ਕਰੋਨਾ ਸ਼ੁਰੂ ਹੋਇਆ ਹੈ ਸਭ ਤੋਂ ਜ਼ਿਆਦਾ ਮੌਤਾਂ ਦੀ ਗਿਣਤੀ ਹੈ। ਔਰ ਸਿਟੀ ਨੇ ਰਿਪੋਰਟ ਕੀਤੇ ਹੈ 24,000 ਲਗਭਗ 25,000 ਕੇਸ ਪਿਛਲੇ 24 ਘੰਟਿਆਂ 'ਚ। ਤੋਂ ਦਿੱਲੀ ਦੇ ਵਿੱਚ 25,000 ਨਵਾਂ ਕੇਸ ਹੋਰ ਆਇਆ ਹੈ ਸਾਹਮਣੇ। ਇਸ ਵੇਲੇ ਦਿੱਲੀ ਦੇ ਵਿੱਚ ਲਗਭਗ 1 ਲੱਖ ਐਕਟਿਵ ਕੇਸਿਸ ਦੱਸੇ ਜਾ ਰਹੇ ਹੈ। ਪਰ ਸਭ ਤੋਂ ਜ਼ਿਆਦਾ ਜਿਹੜੀ ਹੈਰਾਨਗੀ ਦੀ ਔਰ ਚਿੰਤਾ ਦੀ ਗੱਲ ਹੈ ਉਹ ਹੈ ਕਿ ਕ੍ਰੈਮੇਟੋਰੀਅਮ ਜਿਹੜੇ ਉੱਥੇ, ਉਹਨਾਂ ਦੀ ਹਾਲਤ ਇਹ ਹੈ ਕਿ ਹੁਣ ਲਾਸ਼ਾਂ ਨੂੰ ਜਲਾਉਣ ਦੇ ਲਈ ਜਗ੍ਹਾ ਹੈ ਨਹੀਂ। ਔਰ ਇੱਕ ਹੋਰ ਬੜੀ ਹੈਰਾਨਗੀ ਦੀ ਗੱਲ ਕਹੀ ਜਾਣੀ ਚਾਹੀਦੀ, ਅੱਜ ਤੱਕ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਕਿ ਉੱਥੇ ਹੁਣ ਲੋਕਾਂ ਨੂੰ ਟੋਕਨ ਮਿਲ ਰਹੇ ਹੈ ਲਾਸ਼ਾਂ ਜਲਾਉਣ ਲਈ ਵੀ। ਤੋ 50 ਤੋਂ ਲੈ ਕੇ ਮਾਫ ਕਰਨਾ 15 ਜਾਂ 20 ਲੋਕ ਜਿਹੜੇ ਮੈਕਸਿਮਮ ਡੈਥਸ ਹੁੰਦੀਆਂ ਸੀ, ਪਰ ਇਸ ਵੇਲੇ 70-80 ਇੱਕ ਕ੍ਰੈਮੇਟੋਰੀਅਮ 'ਚ ਜਦੋਂ ਲਾਸ਼ਾਂ ਜਾ ਰਹੀਆਂ ਤਾਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਇਸ ਲਈ ਸਿਚੁਏਸ਼ਨ ਚਿੰਤਾ ਦੀ ਹੈ। ਲੇਕਿਨ ਆਓ ਇੱਕ ਤੁਹਾਨੂੰ ਪੋਜ਼ੀਟਿਵ ਖਬਰ ਨਾਲ ਵੀ ਹੁਣ ਅਸੀਂ ਜੋੜ ਦਈਏ। ਔਰ ਪੋਜ਼ੀਟਿਵ ਖਬਰ ਇਹ ਹੈ, ਪਹਿਲਾਂ ਆਈ ਸੀ ਪੋਜ਼ੀਟਿਵ ਖਬਰ ਨਿਊਜ਼ੀਲੈਂਡ ਤੋਂ, ਜਿੱਥੇ 50,000 ਲੋਕਾਂ ਨੇ ਇਕੱਠੇ ਹੋ ਕੇ ਸੈਲੀਬ੍ਰੇਟ ਕੀਤਾ ਬਿਨਾਂ ਮਾਸਕ ਤੋਂ, ਬਿਨਾਂ ਕਿਸੇ ਹੋਰ ਪ੍ਰੋਟੈਕਸ਼ਨ ਤੋਂ। ਇਹ ਲੋਕ ਖੁੱਲ੍ਹ ਖੁੱਲ੍ਹਾ ਸਾਹ ਲੈ ਰਹੇ ਸੀ। ਫਸਟ ਐਵਰ ਬਿਗੈਸਟ ਐਵਰ ਕੌਂਸਰਟ ਪੋਸਟ ਕੋਵਿਡ-19 ਨਿਊਜ਼ੀਲੈਂਡ 'ਚ ਹੋਇਆ ਈਡਨ ਗਾਰਡਨ 'ਚ। ਔਰ ਹੁਣ ਖਬਰ ਅੱਜ ਆਈ ਹੈ ਜੀ ਕਿ ਨਿਊਯਾਰਕ ਜਿੱਥੇ ਕਿ ਬਹੁਤ ਜ਼ਿਆਦਾ ਮੌਤਾਂ ਹੋ ਰਹੀਆਂ ਸੀ ਕਿਸੇ ਵੇਲੇ, ਤੁਸੀਂ ਦੇਖ ਹੀ ਰਹੇ ਸੀ ਜਦੋਂ ਕੋਵਿਡ-19 ਚੱਲ ਰਿਹਾ ਸੀ ਤੇ ਉਸ ਵੇਲੇ ਬਹੁਤ ਜ਼ਿਆਦਾ ਡੈਥਸ ਜਿਹੜੀਆਂ ਉਸ ਵੇਲੇ ਹੋ ਰਹੀਆਂ ਸੀ। ਪਰ 1 ਜੁਲਾਈ ਨੂੰ ਜਦੋਂ ਬਹੁਤ ਜ਼ਿਆਦਾ ਲੋਕ ਜਦੋਂ ਇਕੱਠੇ ਹੋਣਗੇ ਤੇ ਉਸ ਵੇਲੇ ਬਹੁਤ ਜ਼ਿਆਦਾ ਇਹ ਇੱਕ ਪਹਿਲੀ ਵਾਰ ਐਸਾ ਇਕੱਠ ਕੀਤਾ ਜਾਵੇਗਾ ਜਿਹਦੇ ਵਿੱਚ ਕਿ ਫ੍ਰੀ ਕਰ ਦਿੱਤਾ ਜਾਏਗਾ ਸਿਟੀ ਨੂੰ ਕਰੋਨਾ ਤੋਂ। ਇਹ ਕਹਿਣਾ ਹੈ ਉਹਨਾਂ ਦੇ ਮੇਅਰ ਦਾ। ਤਾਂ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਨਿਊਯਾਰਕ ਦੇ ਵਿੱਚ 1 ਜੁਲਾਈ ਨੂੰ ਸਾਰੇ ਟੀਕੇ ਟੂਕੇ ਲੱਗ ਚੁੱਕੇ ਹੋਣਗੇ, ਲੋਕ ਕੋਵਿਡ ਤੋਂ ਫ੍ਰੀ ਹੋ ਚੁੱਕੇ ਹੋਣਗੇ ਔਰ ਸ਼ਹਿਰ ਨੂੰ ਓਪਨ ਕੀਤਾ ਜਾਏਗਾ। ਕਿਵੇਂ ਸੈਲੀਬ੍ਰੇਟ ਕਰੇਗਾ ਨਿਊਯਾਰਕ ਇਸ ਦਿਨ ਨੂੰ ਪਤਾ ਨਹੀਂ। ਸਾਡੇ ਇੱਥੇ 1 ਜੁਲਾਈ ਅਸੀਂ ਕੈਨੇਡਾ ਡੇ ਮਨਾਉਂਦੇ ਹਾਂ, ਤਾਂ ਸਾਡਾ ਵੀ ਬੜਾ ਅਹਿਮ ਦਿਨ ਹੈ। ਹਾਲਾਂਕਿ ਅਮਰੀਕਾ 'ਚ ਕੋਈ ਕੈਨੇਡਾ ਡੇ ਜਾਂ 1 ਜੁਲਾਈ ਕੋਈ ਇੰਪੋਰਟੈਂਟ ਡੇ ਨਹੀਂ ਹੈ, ਪਰ ਉਹਨਾਂ ਨੇ ਡੇਟ ਤੈਅ ਕਰ ਲਈ ਹੈ ਕਿ ਉਦੋਂ ਤੱਕ ਅਸੀਂ ਵੈਕਸੀਨੇਸ਼ਨ ਕਰ ਚੁੱਕੇ ਹੋਵਾਂਗੇ। ਨਿਊਯਾਰਕ ਨੂੰ ਓਪਨ ਕਰ ਦਿਆਂਗੇ 1 ਜੁਲਾਈ ਨੂੰ। ਉਹ ਦਿਨ ਦੂਰ ਨਹੀਂ ਜਦੋਂ ਅਸੀਂ ਵੀ ਇੱਥੇ ਉਸੇ ਤਰ੍ਹਾਂ ਹੀ ਸੁੱਖ ਦਾ ਸਾਹ ਲਵਾਂਗੇ, ਜਦੋਂ ਇੱਥੇ ਵੀ ਸਾਡੇ ਮੈਕਸਿਮਮ ਵੈਕਸੀਨੇਸ਼ਨ ਹੋ ਜਾਏਗੀ। ਉਹ ਹੁਣ ਦੇਖਦੇ ਹਾਂ ਕਦੋਂ ਤੱਕ ਅਸੀਂ ਉਸ ਟਾਰਗੇਟ ਨੂੰ ਅਚੀਵ ਕਰਦੇ ਹਾਂ। ਇਹ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਕਿ ਸੈਕਿੰਡ ਡੋਜ਼ਸ ਜਿਹੜੀਆਂ ਨੇ ਵੈਕਸੀਨ ਦੀਆਂ, ਉਹ ਪਹਿਲੇ ਕਿਹਾ ਜਾ ਰਿਹਾ ਸੀ ਕਿ 4 ਮਹੀਨੇ ਬਾਅਦ 'ਚ ਲੱਗਣਗੀਆਂ, ਪਰ ਹੁਣ ਲੱਗ ਰਿਹਾ ਹੈ ਕਿ 4 ਮਹੀਨੇ ਤੋਂ ਜਲਦੀ ਜਿਹੜੀਆਂ ਸੈਕਿੰਡ ਡੋਜ਼ਸ ਵੀ ਲੱਗ ਜਾਣਗੀਆਂ। ਤੇ ਬਿਲਕੁਲ ਦੁਰਸਤ ਹੈ ਗੱਲ ਕਿ ਜਲਦੀ ਅਸੀਂ ਵੀ ਜਿਹੜਾ ਹੈ ਇਸ ਤਰ੍ਹਾਂ ਨਾਲ ਦੁਬਾਰਾ ਤੋਂ ਦੀ ਫ੍ਰੀਲੀ ਘੁੰਮ ਸਕਾਂਗੇ। ਜਿੰਨੀ ਜਲਦੀ ਵੈਕਸੀਨੇਸ਼ਨਸ ਕੰਪਲੀਟ ਹੋ ਜਾਣਗੀਆਂ, ਓਨੀ ਜਲਦੀ ਇਹ ਜਿਹੜਾ ਸਾਰਾ ਮਾਹੌਲ ਦੁਬਾਰਾ ਖੁੱਲ ਜਾਏਗਾ। ਔਰ ਲੋ ਤੁਹਾਨੂੰ ਫਟਾਫਟ ਕੁਝ ਸੰਦੇਸ਼ ਦੇ ਦਈਏ। ਹਮੇਸ਼ਾ ਅਸੀਂ ਗੱਲ ਕਰਦੇ ਹੁੰਦੇ ਹਾਂ ਗਾਰਡਨ ਬਰੁਕ ਵਾਕ-ਇਨ ਕਲੀਨਿਕ ਦੀ। ਫੈਮਿਲੀ ਡਾਕਟਰਸ ਨੇ ਇੱਥੇ, ਔਰ ਤੁਸੀਂ ਵਾਕ-ਇਨ ਕਰਕੇ ਵੀ ਆ ਸਕਦੇ ਹੋ, ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ। 905 913 0088 ਨੰਬਰ ਹੈ। ਗਾਰਡਨ ਬਰੁਕ ਕੈਸਲ ਮੋੜ ਦੇ ਇਲਾਕੇ ਦੇ ਵਿੱਚ ਜਿਹੜਾ ਪਲਾਜ਼ਾ ਹੈ, ਜਿਹੜਾ ਉੱਥੇ ਇਹ ਬਹੁਤ ਸ਼ਾਨਦਾਰ ਵਾਕ-ਇਨ ਕਲੀਨਿਕ, ਲੈਬ ਔਰ ਫਾਰਮੇਸੀ ਦੇ ਨਾਲ, ਗੌਰ ਮੰਦਰ ਦਾ ਇਲਾਕਾ। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਨੰਬਰ ਦੇਣਾ ਚਾਹਾਂਗਾ, ਜੇ ਤੁਸੀਂ ਟਰੱਕ ਦਾ ਲਾਇਸੈਂਸ ਲੈਣਾ ਹੋਵੇ, ਅਪ੍ਰੈਲ ਮਹੀਨਾ ਹੁਣ ਸਮਾਪਤੀ ਵਾਲੇ ਪਾਸੇ ਹੈ, ਤਾਂ ਇਸ ਪੂਰੇ ਮਹੀਨੇ 'ਚ ਤੁਹਾਨੂੰ $500 ਦਾ ਡਿਸਕਾਊਂਟ ਦਿੱਤਾ ਫੀਸ ਦੇ ਵਿੱਚ ਦਰਸ਼ਨ ਮਾਨ ਹੋਰਾਂ ਨੇ। ਤਾਂ ਮਈ 'ਚ ਪਤਾ ਨਹੀਂ ਦੇਣਗੇ ਕਿ ਨਹੀਂ, ਫਾਇਦਾ ਉਠਾ ਲਓ। ਔਰ ਇਹ ਤੁਹਾਨੂੰ ਟਰੱਕ ਦਾ ਡਰਾਈਵਰ ਬਣਾਉਣਗੇ, ਲਾਇਸੈਂਸ ਲੈ ਕੇ ਦੇਣਗੇ, ਜੌਬ ਵੀ ਨਾਲ ਫਿਰ ਲੈ ਕੇ ਦੇਣਗੇ। ਫੋਰਕਲਿਫਟ ਦਾ ਲਾਇਸੈਂਸ ਲੈਣਾ ਹੋਵੇ $79 ਦੇ ਵਿੱਚ। 에ਅਰ ਬ੍ਰੇਕ ਦੀਆਂ ਕਲਾਸਾਂ ਐਵਰੀ ਸੈਟਰਡੇ ਐਂਡ ਸੰਡੇ ਲਗਾਉਂਦੇ ਹੈ। ਨੰਬਰ ਨੋਟ ਕਰੋ 905 452 3633। ਔਰ ਜੇ ਤੁਹਾਨੂੰ ਟਿਕਟ ਮਿਲੇ ਅੰਟਾਰੀਓ 'ਚ, ਕੈਨੇਡਾ 'ਚ ਜਾਂ ਅਮਰੀਕਾ 'ਚ ਕਿਤੇ ਵੀ, ਕਿਸੇ ਸ਼ਹਿਰ, ਕਿਸੇ ਹਾਈਵੇ 'ਤੇ, ਇਹ ਨੰਬਰ ਹਮੇਸ਼ਾ ਸੇਵ ਰੱਖੋ 1844-764-6877। pointsaver.com ਵੈਬਸਾਈਟ, ਪੁਆਇੰਟ ਸੇਵਰ ਐਪ, ਤੁਸੀਂ ਇਹਨਾਂ ਨਾਲ ਟ੍ਰੈਫਿਕ ਟਿਕਟ ਵਾਸਤੇ ਕਿਸੇ ਵੇਲੇ ਵੀ ਸੰਪਰਕ ਕਰ ਸਕਦੇ ਹੋ।
ਸਮੋਸਾ ਐਂਡ ਸਵੀਟ ਫੈਕਟਰੀ ਤੁਹਾਡੇ ਇੰਨੇ ਸਾਲਾਂ ਦੇ ਸਾਥ ਤੇ ਵਿਸ਼ਵਾਸ ਲਈ ਧੰਨਵਾਦ ਕਰਦਾ ਹੈ। ਅੱਜ ਅਸੀਂ ਇਸ ਕਾਬਲ ਹਾਂ ਕਿ 500-700 ਡੱਬੇ ਦਾ ਆਰਡਰ ਫਿਊ ਆਵਰਸ ਵਿੱਚ ਰੈਡੀ ਕਰਦੇ ਹਾਂ। ਸੋ ਆਰਡਰ ਛੋਟਾ ਹੋਵੇ ਜਾਂ ਵੱਡਾ, ਆਲਵੇਜ਼ ਰਿਮੈਂਬਰ ਪਿਓਰ ਵੈਜੀਟੇਰੀਅਨ, ਹਾਈਲੀ ਹਾਈਜੀਨਿਕ, HACCP ਐਂਡ GMP ਸਰਟੀਫਾਈਡ। ਹਿਲ ਰੀਜਨ ਜਿਹੜਾ ਹੈ ਸਮਰ ਤੋਂ ਪਹਿਲਾਂ ਉੱਥੇ ਹਰਡ ਇਮਿਊਨਿਟੀ ਜਿਹੜੀ ਸ਼ੁਰੂ ਹੋ ਜਾਏ, ਇਹ ਕਹਿਣਾ ਹੈ ਟੌਪ ਡਾਕਟਰ ਦਾ। ਔਰ ਆਲਰੇਡੀ ਬਹੁਤ ਸਾਰੇ ਜਿਹੜੇ ਲੋਕਾਂ ਨੂੰ ਤਕਰੀਬਨ 500,000 ਰੈਜ਼ੀਡੈਂਟਸ ਜਿਹੜੇ ਪੀਲ ਦੇ ਉਹਨਾਂ ਨੂੰ ਜਿਹੜੀ ਵੈਕਸੀਨ ਲੱਗ ਚੁੱਕੀ ਹੈ। ਇਸ ਕਰਕੇ ਸਮਰ ਤੋਂ ਪਹਿਲਾਂ ਜਿਹੜੀ ਹੈ ਹਰਡ ਇਮਿਊਨਿਟੀ ਜਿਹੜੀ ਸਟਾਰਟ ਹੋ ਸਕਦੀ ਹੈ। 5 ਤੋਂ 6 ਹਫ਼ਤੇ ਤੱਕ ਲੱਗ ਰਿਹਾ ਹੈ ਉਹਨਾਂ ਨੂੰ ਕਿ ਜਿਹੜਾ ਅਸੀਂ 1.1 ਮਿਲੀਅਨ ਜਿਹੜੀਆਂ ਵੈਕਸੀਨ ਜਿਹੜੀਆਂ ਲਗਾ ਦਾਂਗੇ। ਔਰ ਮੋਸਟਲੀ ਹੈਲਥ ਐਕਸਪਰਟਸ ਦਾ ਕਹਿਣਾ ਹੈ ਕਿ ਹਰਡ ਇਮਿਊਨਿਟੀ ਵਾਸਤੇ ਤੁਹਾਨੂੰ 70% ਜਿਹੜੇ ਰੈਜ਼ੀਡੈਂਟਸ ਨੇ ਉਹਨਾਂ ਨੂੰ ਇਮਿਊਨਿਟੀ ਹੋਣੀ ਚਾਹੀਦੀ ਹੈ ਵਾਇਰਸ ਦੇ ਅਗੇਂਸਟ। ਤੇ ਪੀਲ ਦੀ ਪਾਪੂਲੇਸ਼ਨ ਹੈਗੀ ਹੈ 1.5 ਮਿਲੀਅਨ ਔਰ 1.1 ਮਿਲੀਅਨ ਜਿਹੜੇ ਵੈਕਸੀਨੇਟ ਹੋ ਜਾਣਗੇ ਤੇ 70% ਮਾਰਕ ਜਿਹੜਾ ਹੈ ਉਹ ਰੀਚ ਕਰ ਲਿੱਤਾ ਜਾਏਗਾ। ਔਰ 100,000 ਡੋਜ਼ਸ ਜਿਹੜੀਆਂ ਇੱਕ ਹਫ਼ਤੇ ਵਿੱਚ ਦੇਣ ਦੀ ਜਿਹੜਾ ਟੀਚਾ ਹੈਗਾ ਹੈ, ਇਹ ਕਹਿਣਾ ਹੈ ਡਾਕਟਰ ਲੋ ਦਾ ਕਿ ਉਸ ਦੇ ਨਾਲ ਜਿਹੜਾ ਹੈ ਜਿੰਨੀ ਜਲਦੀ ਅਸੀਂ ਵੈਕਸੀਨਸ ਲਗਾਵਾਂਗੇ ਉਸਨੀ ਐਫੀਸ਼ੀਐਂਟਲੀ ਅਸੀਂ ਜਿਹੜੀ ਮਾਸ ਵੈਕਸੀਨੇਸ਼ਨ ਦੇ ਨਾਲ ਹਰਡ ਇਮਿਊਨਿਟੀ ਨੂੰ ਜਿਹੜਾ ਪਾ ਜਾਵਾਂਗੇ। ਤੇ 85% ਤੋਂ ਉੱਪਰ ਜਿਹੜੇ ਹੈ ਪੀਲ ਰੈਜ਼ੀਡੈਂਟਸ ਜਿਹੜੇ ਕਿ ਡੈਜ਼ਿਗਨੇਟਿਡ ਹੌਟਸਪੌਟ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਜਦੋਂ ਇੰਜੈਕਸ਼ਨ ਸਾਰੇ ਲੱਗ ਜਾਣਗੇ ਤੇ ਫਿਰ ਜਿਹੜੀ ਹਰਡ ਇਮਿਊਨਿਟੀ ਸਮਰ ਤੱਕ ਆਂਦੇ ਜਿਹੜੀ ਹੈ ਸਮਰ ਦੇ ਸਟਾਰਟ ਦੇ ਵਿੱਚ ਹੀ ਪੀਲ ਦੇ ਵਿੱਚ ਬਣ ਜਾਏਗੀ। Samosa and Sweet Factory, 1850 Albion Road, Unit 6, Etobicoke. Call 416-241-2600 or 416-213-1165 or visit samosasweetfactory.com. Canada ਵਿੱਚ ਸਾਡੀ ਹੋਰ ਕੋਈ ਲੋਕੇਸ਼ਨ ਨਹੀਂ, so beware of copycats. ਖਬਰ ਹੋਵੇ ਰਾਸ਼ਟਰੀ ਚਾਹੇ ਅੰਤਰਰਾਸ਼ਟਰੀ, ਹੋਵੇ ਤੁਹਾਡੇ ਦੇਸ਼ ਦੀ ਭਾਵੇਂ ਪਰਦੇਸ ਦੀ, ਸਹੀ ਅਤੇ ਸਟੀਕ ਜਾਣਕਾਰੀ ਅਸੀਂ ਕਰਾਂਗੇ ਪੇਸ਼। ਨਾ ਹੀ ਹੋਵਾਂਗੇ ਲੇਟ, ਨਾ ਹੀ ਕਰਨੀ ਪਵੇਗੀ ਵੇਟ। ਦੇਖੋ ਰਜਿੰਦਰ ਸੈਣੀ ਨਾਲ ਸਹੀ 8 ਵਜੇ ਟੌਪ 8 at 8। ਮੈਂ ਪ੍ਰਭਜੋਤ ਮਾਹਲ ਰੀਮੈਕਸ ਰੀਅਲ ਏਸਟੇਟ ਸੈਂਟਰ ਨਾਲ ਕੰਮ ਕਰਦਾ। ਕੀ ਤੁਸੀਂ ਘਰ ਵੇਚਣ ਜਾਂ ਖਰੀਦਣ ਬਾਰੇ ਸੋਚ ਰਹੇ ਹੋ? ਕੀ ਤੁਹਾਡਾ ਇਨਵੈਸਟਮੈਂਟ ਕਰਨ ਦਾ ਮਨ ਹੈ? ਗ੍ਰੇਟਰ ਟੋਰਾਂਟੋ ਏਰੀਆ ਹੋਵੇ ਜਾਂ ਸਾਊਥ ਵੈਸਟਰਨ ਓਨਟਾਰੀਓ, ਕਿਤੇ ਵੀ ਤੁਸੀਂ ਘਰ ਵੇਚ ਰਹੇ ਹੋ, ਖਰੀਦਣਾ ਚਾਹੁੰਦੇ ਹੋ ਜਾਂ ਇਨਵੈਸਟਮੈਂਟ ਬਾਰੇ ਸੋਚ ਰਹੇ ਹੋ, ਮੈਨੂੰ ਕੰਟੈਕਟ ਕਰੋ। ਮੇਰਾ ਨੰਬਰ ਹੈ 647 462 6000 647 462 6000। मैं अभय माथुर। नायग्रा रीजन में किसी को भी प्रॉपर्टी की बाइंग और सेलिंग करनी हो, छोटी इन्वेस्टमेंट करनी हो या अपने रहने के लिए घर खरीदना हो, और किसी को बड़ी इन्वेस्टमेंट करनी हो कमर्शियल के बारे में भी, तो भी मुझे कांटेक्ट कर सकते हैं। और नायग्रा फॉल बहुत ही सुंदर जगह है, मैं सबको इनवाइट करता हूँ, आप वहाँ पर आइए। मेरे बहुत ही अच्छे ताल्लुकात हैं सिटी के साथ में भी और लोकल लोगों के साथ में भी। मुझे कांटेक्ट करें और मेरा नंबर है 9059783788। ਹਾਏ ਰੱਬਾ, ਬਿਜਲੀ ਦਾ ਬਿੱਲ ਤਾਂ ਦੇਖੋ। ਤੁਹਾਨੂੰ ਕਿੰਨੀ ਵਾਰੀ ਕਿਹਾ ਤੁਸੀਂ ਇਹਦੇ ਬਾਰੇ ਕੁਝ ਸੋਚਦੇ ਕਿਉਂ ਨਹੀਂ? ਹਾਂਜੀ ਸੋਚ ਲਿਆ, ਬਿਲਕੁਲ ਸੋਚ ਲਿਆ। ਉਹ ਕੀ? ਆ ਵੇਖੋ ਜੀ, ਬ੍ਰੈਂਪਟਨ ਸੋਲਰ ਲਾਈਟ। ਹਾਂਜੀ, ਉਹ ਵੀ 4 LED ਲਾਈਟਾਂ ਸਿਰਫ $69। ਨਾ ਕੋਈ ਵਾਇਰਿੰਗ, ਹੁਣ ਨੋ ਬਿਜਲੀ ਦਾ ਬਿੱਲ। ਤੁਸੀਂ ਤਾਂ ਬੜੇ ਸਮਾਰਟ ਹੋ ਜੀ। ਬ੍ਰੈਂਪਟਨ ਸੋਲਰ ਲਾਈਟਿੰਗ ਨੂੰ ਕਾਲ ਕਰੋ 416। ਚੰਡੀਗੜ੍ਹ ਤੋਂ ਸੁਣਾਉਣ ਤੇ ਪ੍ਰਵਾਸੀ ਤੇ ਚੰਡੀਗੜ੍ਹ ਆਫਿਸ ਤੋਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਅਸੀਂ ਖਬਰਾਂ।
ਹਾਏ ਰੱਬਾ ਬਿਜਲੀ ਦਾ ਬਿੱਲ ਤਾਂ ਦੇਖੋ ਤੁਹਾਨੂੰ ਕਿੰਨੀ ਵਾਰੀ ਕਿਹਾ ਤੁਸੀਂ ਇਹਦੇ ਬਾਰੇ ਕੁਝ ਸੋਚਦੇ ਕਿਉਂ ਨਹੀਂ ਹਾਂਜੀ ਸੋਚ ਲਿਆ ਬਿਲਕੁਲ ਸੋਚ ਲਿਆ ਹੈ। ਉਹ ਕੀ ਆ ਵੇਖੋ ਜੀ ਬ੍ਰੈਂਪਟਨ ਸੋਲਰ ਲਾਈਟ ਹਾਂਜੀ OV4 LED ਲਾਈਟਾਂ ਸਿਰਫ $69 ਨਾ ਕੋਈ ਵਾਇਰਿੰਗ ਹੁਣ ਨੋ ਬਿਜਲੀ ਦਾ ਬਿੱਲ। ਤੁਸੀਂ ਤਾਂ ਬੜੇ ਸਮਾਰਟ ਹੋ ਜੀ। ਬ੍ਰੈਂਪਟਨ ਸੋਲਰ ਲਾਈਟਿੰਗ ਨੂੰ ਕਾਲ ਕਰੋ 4166691313 416 669 1313 bramptonsolar.com। ਹੁਣ ਤੁਹਾਡੀ ਵਾਰੀ ਹੈ ਸਮਾਰਟ ਬਣਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖਦੇ ਸੁਣ ਰਹੇ ਹੋ ਪ੍ਰਵਾਸੀ ਰੇਡੀਓ। ਖਬਰਾਂ ਦੇ ਇਸ ਬੁਲੇਟਿਨ ਵਿੱਚ ਮੈਂ ਨੀਲਮ ਸ਼ਰਮਾ ਤੁਹਾਡਾ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਦਿੱਲੀ ਕਿਸਾਨ ਮੋਰਚੇ ਲਈ ਹੋਣ ਲੱਗੀ ਲਾਮਬੰਦੀ। ਸਰਵਣ ਸਿੰਘ ਪੰਧੇਰ ਨੇ ਕਿਹਾ 5 ਮਈ ਨੂੰ ਕਿਸਾਨਾਂ ਦੇ ਜੱਥੇ ਦਿੱਲੀ ਲਈ ਹੋਣਗੇ ਰਵਾਨਾ। ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਦੱਸਿਆ ਮੌਕਾ ਪ੍ਰਸਤ, ਕਿਹਾ ਸਿੱਧੂ ਲਈ ਹੁਣ ਬੂਹੇ ਬੰਦ। ਡਾਕਟਰ ਮਨਮੋਹਨ ਸਿੰਘ ਹੋਏ ਸਿਹਤਯਾਬ। ਕੋਰੋਨਾ ਤੋਂ ਠੀਕ ਹੋਏ ਸਾਬਕਾ ਪ੍ਰਧਾਨ ਮੰਤਰੀ ਨੂੰ ਏਮਸ ਤੋਂ ਮਿਲੀ ਛੁੱਟੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਮਾਗਮ ਸ਼ੁਰੂ। ਪੰਜਾਬ ਸਰਕਾਰ ਨੇ 1 ਮਈ ਨੂੰ ਛੁੱਟੀ ਦਾ ਕੀਤਾ ਐਲਾਨ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਵਿਵਾਦਤ ਖੇਤੀ ਕਾਨੂੰਨਾਂ ਦਾ ਵਿਰੋਧ ਪੰਜਾਬ ਵਿੱਚ ਲਗਾਤਾਰ ਜਾਰੀ ਹੈ। ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਵੀ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ 4 ਜ਼ੋਨਾਂ ਦੀ ਅਹਿਮ ਮੀਟਿੰਗ ਜੰਡਿਆਲਾ ਗੁਰੂ ਨੇੜਲੇ ਪਿੰਡ ਭੰਗਵਾ ਵਿੱਚ ਹੋਈ। ਮੀਟਿੰਗ ਦੌਰਾਨ ਦਿੱਲੀ ਮੋਰਚੇ ਦੀ ਮਜ਼ਬੂਤੀ ਲਈ ਲਾਮਬੰਦੀ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਗੁਰਬਚਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਖੇਤੀ ਸੈਕਟਰ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ ਤੇ ਕਾਲੇ ਕਾਨੂੰਨ ਲਾਗੂ ਕਰਕੇ ਜ਼ਮੀਨਾਂ ਤੇ ਬਾਜ਼ਾਰਾਂ ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਆਉਂਦੀ 5 ਮਈ ਨੂੰ ਕਿਸਾਨਾਂ ਦੇ ਜੱਥੇ ਦਿੱਲੀ ਮੋਰਚਿਆਂ ਲਈ ਰਵਾਨਾ ਹੋਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਵੱਡਾ ਸਿਆਸੀ ਹਮਲਾ ਕੀਤਾ ਹੈ। ਕੈਪਟਨ ਨੇ ਸਿੱਧੂ ਨੂੰ 2 ਟੋਕ ਸ਼ਬਦਾਂ ਵਿੱਚ ਕਿਹਾ ਕਿ ਸਿੱਧੂ ਲਈ ਉਹਨਾਂ ਦੇ ਬੂਹੇ ਹੁਣ ਪੂਰੀ ਤਰ੍ਹਾਂ ਬੰਦ ਹਨ। ਕੈਪਟਨ ਨੇ ਕਿਹਾ ਕਿ ਹੁਣ ਅੱਗੇ ਹਾਈ ਕਮਾਂਡ ਨੇ ਤੈਅ ਕਰਨਾ ਹੈ ਕਿ ਕੈਪਟਨ ਨੇ ਕਿਹਾ ਕਿ ਸਿੱਧੂ ਇੱਕ ਮੌਕਾ ਪ੍ਰਸਤ ਵਿਅਕਤੀ ਹੈ ਤੇ ਉਹ ਪਟਿਆਲਾ ਤੋਂ ਕੇਜਰੀਵਾਲ ਨਾਲ ਰਲ ਕੇ ਚੋਣ ਲੜਨ ਦੇ ਸੁਪਨੇ ਦੇਖ ਰਿਹਾ ਹੈ। ਅਮਰਿੰਦਰ ਨੇ ਕਿਹਾ ਕਿ ਸਿੱਧੂ ਦੀ ਮੰਤਰਾਲੇ ਤੋਂ ਇਸ ਕਰਕੇ ਛੁੱਟੀ ਕੀਤੀ ਗਈ ਸੀ ਕਿ ਉਸ ਕੋਲੋਂ 7 ਮਹੀਨੇ ਤੱਕ ਫਾਈਲਾਂ ਨਹੀਂ ਨਿਕਲਦੀਆਂ ਸਨ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੰਨਿਆ ਹੈ ਕਿ ਸੂਬੇ ਵਿੱਚ 18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਕੋਵਿਡ-19 ਰੋਕੂ ਟੀਕੇ ਲੱਗਣ ਵਿੱਚ ਦੇਰੀ ਹੋ ਸਕਦੀ ਹੈ ਕਿਉਂਕਿ ਰਾਜ ਕੋਲ ਟੀਕਿਆਂ ਦੀ ਘਾਟ ਹੈ। ਮੰਤਰੀ ਨੇ ਕਿਹਾ ਕਿ 18 ਤੋਂ 45 ਸਾਲ ਦੀ ਉਮਰ ਵਾਲਿਆਂ ਲਈ ਟੀਕਾ ਮੁਹਿੰਮ 1 ਮਈ ਤੋਂ ਸ਼ੁਰੂ ਕੀਤੀ ਜਾਣੀ ਸੀ ਪਰ ਸੂਬੇ ਨੂੰ ਲੋੜ ਮੁਤਾਬਕ ਟੀਕੇ ਨਹੀਂ ਮਿਲੇ। ਉਹਨਾਂ ਕਿਹਾ ਕਿ ਰਾਜ ਕੋਲ ਸਟਾਫ ਹੈ ਤੇ ਟੀਕਾਕਰਨ ਲਈ ਬੁਨਿਆਦੀ ਢਾਂਚਾ ਹੈ ਪਰ ਟੀਕੇ ਨਹੀਂ ਹਨ। ਉਹਨਾਂ ਕਿਹਾ ਕਿ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨੀ ਮੁਸ਼ਕਲ ਹੈ। ਇਸ ਦੇ ਚੱਲਦਿਆਂ ਬਠਿੰਡਾ ਵਿੱਚ ਆਕਸੀਜਨ ਦੀ ਘਾਟ ਕਾਰਨ ਪ੍ਰਾਈਵੇਟ ਹਸਪਤਾਲਾਂ ਨੇ ਨਵੇਂ ਮਰੀਜ਼ਾਂ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ। ਧਿਆਨ ਰਹੇ ਕਿ ਲੰਘੇ ਕੱਲ ਬਠਿੰਡਾ ਵਿੱਚ ਪ੍ਰਾਈਵੇਟ ਹਸਪਤਾਲਾਂ ਨੇ ਕਰੀਬ 20 ਮਰੀਜ਼ਾਂ ਨੂੰ ਆਕਸੀਜਨ ਦੀ ਘਾਟ ਕਰਕੇ ਹਸਪਤਾਲਾਂ ਵਿੱਚ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਏਮਸ ਟਰਾਮਾ ਸੈਂਟਰ ਤੋਂ ਛੁੱਟੀ ਮਿਲ ਗਈ ਹੈ। ਉਹ ਕੁਝ ਦਿਨ ਪਹਿਲਾਂ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਏ ਸਨ। ਕੋਰੋਨਾ ਤੋਂ ਠੀਕ ਹੋਣ ਮਗਰੋਂ ਉਹ ਅੱਜ ਆਪਣੇ ਘਰ ਚਲੇ ਗਏ ਹਨ। ਉਹਨਾਂ ਨੂੰ 19 ਅਪ੍ਰੈਲ ਨੂੰ ਏਮਸ ਵਿਖੇ ਇਲਾਜ ਲਈ ਭਰਤੀ ਕੀਤਾ ਗਿਆ ਸੀ। ਉਧਰ ਦੂਜੇ ਪਾਸੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਵੀ ਕੋਰੋਨਾ ਹੋ ਗਿਆ ਹੈ। ਉਹਨਾਂ ਅੱਜ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਗਹਿਲੋਤ ਨੇ ਲਿਖਿਆ ਕਿ ਮੇਰੀ ਰਿਪੋਰਟ ਵੀ ਕੋਰੋਨਾ ਜਾਂਚ ਕਰਾਉਣ ਤੋਂ ਬਾਅਦ ਅੱਜ ਪੋਜ਼ਿਟਿਵ ਆਈ ਹੈ ਤੇ ਮੇਰੇ ਵਿੱਚ ਕਿਸੇ ਕਿਸਮ ਦੇ ਲੱਛਣ ਨਹੀਂ ਹਨ ਤੇ ਮੈਂ ਚੰਗਾ ਮਹਿਸੂਸ ਕਰਦਾ ਹਾਂ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਦੇ ਸਮਾਗਮ ਸ਼੍ਰੋਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ਼ੁਰੂ ਕੀਤੇ ਗਏ। ਦੋਵਾਂ ਥਾਵਾਂ ਤੇ ਅਖੰਡ ਸਾਹਿਬ ਪਾਠ ਦੀ ਆਰੰਭਤਾ ਕੀਤੀ ਗਈ ਹੈ ਜਿਸ ਦੇ ਭੋਗ 1 ਮਈ ਨੂੰ ਪਾਏ ਜਾਣਗੇ। ਸ਼ਤਾਬਦੀ ਦੇ ਸਬੰਧ ਵਿੱਚ ਸੰਗਤ ਵੱਲੋਂ ਕੀਤੇ ਗਏ 20,000 ਸਹਿਜ ਪਾਠ ਦੇ ਭੋਗ ਵੀ ਅੱਜ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਾਏ ਗਏ। ਕੋਰੋਨਾ ਕਾਰਨ ਸੰਗਤਾਂ ਇਸ ਸਮਾਗਮ ਵਿੱਚ ਆਪਣੇ ਘਰਾਂ ਤੋਂ ਹੀ ਚੱਲ ਰਹੇ ਸਿੱਧੇ ਪ੍ਰਸਾਰਣ ਰਾਹੀਂ ਸ਼ਾਮਲ ਹੋਈਆਂ ਹਨ। ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 1 ਮਈ ਨੂੰ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਹੈ।
ਲਹਿਰਾ ਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬੇਅਦਬੀ ਤੇ ਕੋਟਕਪੂਰਾ ਗੋਲੀकांड ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਦੋਸਤਾਨਾ ਮੈਚ ਖੇਡ ਰਹੇ ਹਨ। ਉਹਨਾਂ ਕਿਹਾ ਕਿ ਹਾਈ ਕੋਰਟ ਵੱਲੋਂ ਜਾਂਚ ਰਿਪੋਰਟ ਨੂੰ ਰੱਦ ਕਰ ਦੇਣਾ ਇਸ ਗੱਲ ਦਾ ਸਬੂਤ ਹੈ ਕਿ ਕੈਪਟਨ ਨੇ ਬਾਦਲਾਂ ਨੂੰ ਇਸ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਹੈ। ਢੀਂਡਸਾ ਨੇ ਕਿਹਾ ਹੁਣ ਜਦੋਂ ਇਸ ਮਾਮਲੇ ਵਿੱਚ ਘਿਰੇ ਕੈਪਟਨ ਅਮਰਿੰਦਰ ਸਿੰਘ ਆਪਣੀ ਹੀ ਪਾਰਟੀ ਦੇ ਸੀਨੀਅਰ ਲੀਡਰਾਂ ਤੇ ਵਿਧਾਇਕਾਂ ਤੱਕ ਦੇ ਨਿਸ਼ਾਨੇ ਤੇ ਹਨ ਤਾਂ ਆਏ ਦਿਨ ਬਾਦਲਾਂ ਵਿਰੁੱਧ ਝੂਠੀ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹਨ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਪਿਛਲੇ 4.5 ਸਾਲਾਂ ਵਿੱਚ ਸਵਾਏ ਬਾਦਲਾਂ ਨੂੰ ਬਚਾਉਣ ਦੇ ਹੋਰ ਕੁਝ ਕੀਤਾ ਹੀ ਨਹੀਂ। ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਅੰਗ ਰੱਖਿਅਕ ਸਹਾਇਕ ਸਬ ਇੰਸਪੈਕਟਰ ਸੇਵਾ ਸਿੰਘ ਵੱਲੋਂ ਅੱਜ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਪਿਛਲੇ ਕੁਝ ਸਮੇਂ ਤੋਂ ਪਰੇਸ਼ਾਨ ਸੀ। ਪੁਲਿਸ ਵੱਲੋਂ ਹਾਲ ਦੀ ਘੜੀ ਵਿੱਚ ਇਸ ਸੰਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਤੇ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ। ਵਿਧਾਇਕ ਬੈਂਸ ਵੱਲੋਂ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਗਿਆ ਕਿ ਸੇਵਾ ਸਿੰਘ ਪਿਛਲੇ 2 ਦਿਨ ਤੋਂ ਡਿਊਟੀ ਤੇ ਹਾਜ਼ਰ ਨਹੀਂ ਸੀ। ਪੰਜਾਬ ਵਿੱਚ ਵਿਵਾਦਤ ਖੇਤੀ ਕਾਨੂੰਨ ਜਿੱਥੇ ਕਿਸਾਨਾਂ ਦੀ ਜਾਨ ਦਾ ਖੌਅ ਬਣ ਰਹੇ ਹਨ ਉੱਥੇ ਹੀ ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਦਾ ਰੁਝਾਨ ਵੀ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਸੰਗਰੂਰ ਦੇ ਪਿੰਡ ਭਟਾਲ ਕਲਾਂ ਦੇ ਕਰਜ਼ਾਈ ਕਿਸਾਨ ਵਰਖਾ ਸਿੰਘ ਨੇ ਅੱਜ ਸਲਫੋਸ ਨਿਕਲ ਕੇ ਖੁਦਕੁਸ਼ੀ ਕਰ ਲਈ ਹੈ। ਵਰਖਾ ਸਿੰਘ ਦੀ ਉਮਰ ਕਰੀਬ 55 ਸਾਲ ਸੀ ਤੇ ਉਸ ਕੋਲ 6 ਏਕੜ ਜ਼ਮੀਨ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਹਰਜੀਤ ਸਿੰਘ ਭਟਾਲ ਨੇ ਦੱਸਿਆ ਕਿ ਵਰਖਾ ਸਿੰਘ ਦੇ ਸਿਰ ਸਰਕਾਰੀ ਤੇ ਗੈਰ ਸਰਕਾਰੀ ਬੈਂਕਾਂ ਦਾ 8 ਤੋਂ 10 ਲੱਖ ਰੁਪਏ ਦਾ ਕਰਜ਼ਾ ਸੀ ਜਿਸ ਕਾਰਨ ਉਹ ਪਰੇਸ਼ਾਨ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਵਿਵਾਦਤ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਵੀ ਹੁਣ ਤੱਕ 300 ਤੋਂ ਵੱਧ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ ਤੇ ਕਰਜ਼ੇ ਵੀ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਹੇ ਹਨ। ਪੱਛਮੀ ਬੰਗਾਲ ਵਿਧਾਨ ਸਭਾ ਲਈ ਅੱਜ 8ਵੇਂ ਗੇੜ ਦੌਰਾਨ ਵੋਟਾਂ ਪਈਆਂ ਤੇ ਹੁਣ 5 ਰਾਜਾਂ ਪੱਛਮੀ ਬੰਗਾਲ, ਅਸਮ, ਪੁਡੂਚੇਰੀ, ਤਾਮਿਲਨਾਡੂ ਤੇ ਕੇਰਲਾ ਵਿੱਚ ਵਿਧਾਨ ਸਭਾ ਲਈ ਵੋਟਾਂ ਪੈਣ ਦੀ ਪ੍ਰਕਿਰਿਆ ਸਮਾਪਤ ਹੋ ਗਈ ਹੈ। ਇਹਨਾਂ ਵੋਟਾਂ ਦੇ ਨਤੀਜੇ ਆਉਂਦੀ 2 ਮਈ ਨੂੰ ਆਉਣੇ ਹਨ ਤੇ ਸਾਰੀਆਂ ਦੀਆਂ ਨਜ਼ਰਾਂ 2 ਮਈ ਤੇ ਟਿਕ ਗਈਆਂ ਹਨ। ਦੇਸ਼ ਦੀ ਜਨਤਾ ਦਾ ਸਭ ਤੋਂ ਜ਼ਿਆਦਾ ਧਿਆਨ ਪੱਛਮੀ ਬੰਗਾਲ ਤੇ ਟਿਕਿਆ ਹੋਇਆ ਹੈ ਜਿੱਥੇ ਮਮਤਾ ਬੈਨਰਜੀ ਦੀ ਸਰਕਾਰ ਹੈ ਤੇ ਹੁਣ ਭਾਜਪਾ ਵੱਲੋਂ ਮਮਤਾ ਦੀ ਸਰਕਾਰ ਬਦਲਣ ਲਈ ਪੂਰਾ ਜ਼ੋਰ ਲਗਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਮਾਹੌਲ ਵਿੱਚ ਵੀ ਭਾਜਪਾ ਵੱਲੋਂ ਪੱਛਮੀ ਬੰਗਾਲ ਵਿੱਚ ਰੈਲੀਆਂ ਕੀਤੀਆਂ ਗਈਆਂ ਸਨ ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਭਾਜਪਾ ਤੇ ਸਿਆਸੀ ਹਮਲੇ ਵੀ ਕੀਤੇ ਸਨ। ਭਾਰਤ ਸਰਕਾਰ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਤੇ ਪਿਛਲੇ ਸਾਰੇ ਰਿਕਾਰਡ ਪਿੱਛੇ ਛੱਡ ਦਿੱਤੇ ਹਨ। ਇਸ ਨੂੰ ਦੇਖਦੇ ਹਾਂ ਇਟਲੀ ਸਰਕਾਰ ਨੇ ਭਾਰਤ ਤੇ ਬੰਗਲਾਦੇਸ਼ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੇ ਇਟਲੀ ਦਾਖਲ ਹੋਣ ਤੇ ਪਾਬੰਦੀ ਲਗਾਈ ਹੈ। ਇਟਲੀ ਦੇ ਸਿਹਤ ਮੰਤਰੀ ਵੱਲੋਂ ਇਹ ਐਲਾਨ ਕੀਤਾ ਗਿਆ। ਇਸੇ ਤਰ੍ਹਾਂ ਅਮਰੀਕਾ ਨੇ ਵੀ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਭਾਰਤ ਲਈ ਕਰੋੜਾਂ ਡਾਲਰਾਂ ਦੀ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ। ਭਾਰਤੀ ਰਾਜਦੂਤ TS ਸੰਧੂ ਹੋਰਾਂ ਨੇ ਦੱਸਿਆ ਕਿ ਪਿਛਲੇ ਦਿਨੀ ਅਮਰੀਕਾ ਰਾਸ਼ਟਰਪਤੀ ਜੋ ਬਿਡੇਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਗੱਲਬਾਤ ਵੀ ਹੋਈ ਸੀ। ਅਮਰੀਕਾ ਤੋਂ ਇਲਾਵਾ ਹੋਰ ਕਈ ਦੇਸ਼ਾਂ ਵੱਲੋਂ ਵੀ ਭਾਰਤ ਦੀ ਮਦਦ ਕੀਤੀ ਜਾ ਰਹੀ ਹੈ। ਫਿਲਹਾਲ ਇਸ ਬੁਲੇਟਿਨ 'ਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਹਾਏ ਰੱਬਾ, ਬਿਜਲੀ ਦਾ ਬਿੱਲ ਤਾਂ ਦੇਖੋ। ਤੁਹਾਨੂੰ ਕਿੰਨੀ ਵਾਰੀ ਕਿਹਾ ਤੁਸੀਂ ਇਹਦੇ ਬਾਰੇ ਕੁਝ ਸੋਚਦੇ ਕਿਉਂ ਨਹੀਂ? ਹਾਂਜੀ ਸੋਚ ਲਿਆ, ਬਿਲਕੁਲ ਸੋਚ ਲਿਆ। ਉਹ ਕੀ? ਆ ਵੇਖੋ ਜੀ, ਬ੍ਰੈਂਪਟਨ ਸੋਲਰ ਲਾਈਟ। ਹਾਂਜੀ ਉਹ ਵੀ 4 LED ਲਾਈਟਾਂ ਸਿਰਫ $69। ਨਾ ਕੋਈ ਵਾਇਰਿੰਗ, ਹੁਣ ਨੋ ਬਿਜਲੀ ਦਾ ਬਿੱਲ। ਤੁਸੀਂ ਤਾਂ ਬੜੇ ਸਮਾਰਟ ਹੋ ਜੀ। ਬ੍ਰੈਂਪਟਨ ਸੋਲਰ ਲਾਈਟਿੰਗ ਨੂੰ ਕਾਲ ਕਰੋ 4166691313 416 669 1313 bramptonsolar.com। ਹੁਣ ਤੁਹਾਡੀ ਵਾਰੀ ਹੈ ਸਮਾਰਟ ਬਣਨ ਦੀ। ਹੁਣ ਤੁਹਾਡੇ ਸੁਪਨਿਆਂ ਦਾ ਘਰ ਖਰੀਦਣਾ ਤੇ ਪ੍ਰਾਪਰਟੀ ਨੂੰ ਵੇਚਣਾ ਹੋਇਆ ਹੋਰ ਵੀ ਸੁਖਾਲਾ, ਕਿਉਂਕਿ ਹੁਣ ਹਰਪ੍ਰੀਤ ਰੱਖਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਣਗੇ ਤੁਹਾਡਾ ਸਾਥ। ਹਰਪ੍ਰੀਤ ਰੱਖਰਾ ਦਿਵਾਉਣਗੇ ਤੁਹਾਡੀ ਪ੍ਰਾਪਰਟੀ ਤੇ ਬੈਸਟ ਅਤੇ ਫਾਇਦੇਮੰਦ ਡੀਲ। ਅੱਜ ਹੀ ਆਪਣਾ ਨਵਾਂ ਘਰ ਪ੍ਰੀ ਕੰਸਟਰਕਸ਼ਨ ਸਾਈਟ ਜਾਂ ਕੰਡੋਜ਼ ਬੁੱਕ ਕਰਾਉਣ ਲਈ ਕਾਲ ਕਰੋ ਹਰਪ੍ਰੀਤ ਰੱਖੜਾ ਨੂੰ 6477205454 ਤੇ 647 720 5454 ਤੇ। At Atlantic Immigration, we have over Hello, मैं प्रभजोत महल रीमैक्स रियल एस्टेट सेंटर तो अपने 15 years of experience assisting client with their immigration matters. ਭਾਵੇਂ work permit, study permit, spouse sponsorship, investor class ਜਾਂ refugee claim, ਤੁਸੀਂ ਸਾਨੂੰ ਮੁਫਤ ਸਲਾਹ ਲਈ ਕੰਟੈਕਟ ਕਰ ਸਕਦੇ ਹੋ at 9053620202। ਜੇ ਤੁਹਾਡਾ ਕਿਸੇ ਵੀ ਪ੍ਰਕਾਰ ਦਾ ਇਮੀਗ੍ਰੇਸ਼ਨ ਕੇਸ ਰਿਫਿਊਜ਼ ਹੋ ਗਿਆ ਹੈ, ਅਪੀਲ ਕਰਨਾ ਤੁਹਾਡਾ ਹੱਕ ਹੈ। ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ for free consultation
at 905-362-0202. अपने घर के खाने में कुछ अलग ही बात होती है, चाहे वो मक्खन वाली दाल हो। ਬਰੈਂਪਟਨ ਦੇ ਵਿੱਚ 14 ਲੋਕਾਂ ਨੂੰ ਚਾਰਜ ਕੀਤਾ ਗਿਆ ਹੈ ਕਿਉਂਕਿ ਉਹ ਇਕੱਠੇ ਹੋਏ ਸੀਗੇ ਇੱਕ ਹਾਊਸ ਪਾਰਟੀ ਦੇ ਵਿੱਚ। ਇਨਡੋਰ ਪਾਰਟੀ ਸੀਗੀ, ਜਦਕਿ ਪ੍ਰੋਵਿੰਸ ਵਾਈਡ ਸਟੇ ਐਟ ਹੋਮ ਆਰਡਰ ਲੱਗਿਆ ਹੋਇਆ ਹੈ। ਸਿਟੀ ਆਫੀਸ਼ੀਅਲਸ ਜਦੋਂ ਪਹੁੰਚੇ, ਕਿਉਂਕਿ ਬਹੁਤ ਜ਼ਿਆਦਾ ਸ਼ੋਰ ਆ ਰਿਹਾ ਸੀਗਾ, ਇਸ ਘਰ ਦੇ ਵਿੱਚ ਸੋਸ਼ਲ ਗੈਦਰਿੰਗ ਕੀਤੀ ਜਾ ਰਹੀ ਸੀਗੀ। ਇਹ ਘਰ ਹੈਗਾ ਈਕੋ ਰਿਜ ਡਰਾਈਵ ਦੇ ਉੱਪਰ, ਜਿਹੜਾ ਕਿ ਸੈਂਡਲਵੁੱਡ ਪਾਰਕਵੇ ਵੈਸਟ ਔਰ ਮੈਕਲੌਗਲਿਨ ਰੋਡ ਦੇ ਉੱਪਰ ਹੈਗਾ। ਬਾਇਲਾ ਆਫੀਸਰ ਜਦੋਂ ਉੱਥੇ ਪਹੁੰਚੇ ਤਾਂ ਦੇਖਿਆ ਕਿ ਇੰਡੀਵਿਜੂਅਲਸ ਜਿਹੜੇ ਨੇ ਇਲੀਗਲ ਸੋਸ਼ਲ ਗੈਦਰਿੰਗ ਦੇ ਵਿੱਚ ਹਿੱਸਾ ਲਿਆ ਹੋਇਆ ਸੀਗਾ। ਔਰ ਇਸ ਦੇ ਵਿੱਚ ਸਾਰੇ ਲੋਕਾਂ ਨੂੰ, ਜਿਹੜੇ 14 ਦੇ 14 ਲੋਕ ਸੀਗੇ, ਇਸ ਦੇ ਨਾਲ ਨਾਲ ਜਿਹੜੇ ਘਰ ਦੇ ਵਿੱਚ ਜਿਹੜੇ ਟੈਨੈਂਟ ਸੀਗੇ, ਉਹਨਾਂ ਨੂੰ $880 ਦੀ ਜਿਹੜੀ ਸਾਰਿਆਂ ਨੂੰ ਇੱਕ ਟਿਕਟ ਜਿਹੜੀ ਦਿੱਤੀ ਗਈ। ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਪਾਰਟੀਆਂ ਰਿਪੋਰਟ ਹੋ ਰਹੀਆਂ ਨੇ। ਔਰ ਪਿਛਲੇ 2 ਹਫ਼ਤਿਆਂ ਤੋਂ ਜਿਹੜਾ ਦੇਖਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀ ਕੁਝ ਪਾਰਟੀਆਂ ਜਿਹੜੀਆਂ ਚੱਲ ਰਹੀਆਂ ਨੇ। ਔਰ ਮਈ 20 ਤੱਕ ਆਲਰੇਡੀ ਤੁਹਾਨੂੰ ਪਤਾ ਹੈ ਕਿ ਸਟੇ ਐਟ ਹੋਮ ਆਰਡਰ ਹਜੇ ਹੈਗਾ। ਔਰ 19 ਅਪ੍ਰੈਲ ਤੋਂ ਲੈ ਕੇ 25 ਅਪ੍ਰੈਲ ਤੱਕ ਸਿਟੀ ਦਾ ਕਹਿਣਾ ਹੈ ਕਿ 50 ਚਾਰजेस ਲਗਾਏ ਗਏ ਨੇ ਰੈਜ਼ੀਡੈਂਟਸ ਦੇ ਅਗੇਂਸਟ ਕਿ ਕੋਵਿਡ-19 ਪੈਂਡੈਮਿਕ ਦੇ ਦੌਰਾਨ। ਔਰ ਇਸ ਦੇ ਵਿੱਚ ਇੱਕ ਚਾਰਜ ਜਿਹੜਾ ਹੈ ਮੈਂਡੇਟਰੀ ਫੇਸ ਕਵਰਿੰਗ ਵਾਸਤੇ ਸੀਗਾ। ਔਰ 49 ਚਾਰजेस ਜਿਹੜੇ ਲੱਗੇ ਨੇ ਉਹ ਹੈਗੇ ਰੀਓਪਨਿੰਗ ਓਨਟਾਰੀਓ ਐਕਟ ਦੇ ਅੰਡਰ ਜਿਹੜੇ ਚਾਰजेस ਲਗਾਏ ਗਏ ਨੇ। ਔਰ ਇਸ ਦੇ ਨਾਲ ਨਾਲ ਆਫੀਸ਼ੀਅਲਸ ਨੇ ਇਹ ਵੀ ਦੱਸਿਆ ਹੈ ਕਿ ਤੁਹਾਨੂੰ ਜਿਹੜੀ ਹੈ ਬਾਇਲਾ ਆਫੀਸਰਸ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਕਿਉਂਕਿ ਇਸ ਹਫਤੇ ਦੇ ਸ਼ੁਰੂ ਦੇ ਵਿੱਚ ਇੱਕ ਬਾਇਲਾ ਆਫੀਸਰ ਨੇ ਜਦੋਂ ਟਿਕਟ ਇਸ਼ੂ ਕਰਨੀ ਚਾਹੀ ਇੱਕ ਰੈਜ਼ੀਡੈਂਟ ਨੂੰ, ਤੇ ਉਸ ਨੂੰ ਇਸ ਗੱਲ ਦਾ ਗੁੱਸਾ ਸੀਗਾ ਤੇ ਉਸਨੇ ਗਰਮ ਕੱਪ ਜਿਹੜਾ ਹੈ ਕਾਫੀ ਦਾ ਇਸ ਦੇ ਮੂੰਹ ਦੇ ਉੱਪਰ ਸੁੱਟ ਦਿੱਤਾ। ਹਾਲਾਂਕਿ ਇਸ ਆਦਮੀ ਦਾ, ਇਸ ਆਫੀਸ਼ੀਅਲ ਦਾ ਜਿਹੜਾ ਆਫੀਸਰ ਸੀਗਾ ਇੰਚਾਰਜ, ਉਸ ਦਾ ਬਚਾਅ ਹੋ ਗਿਆ, ਉਸ ਤੇ ਇੰਜਰੀਜ਼ ਨਹੀਂ ਆਈਆਂ। ਪਰ ਉਸਨੇ ਇਮੀਡੀਏਟਲੀ ਪੀਲ ਪੁਲਿਸ ਨੂੰ ਇਨਫੋਰਮ ਕੀਤਾ ਔਰ ਪੀਲ ਪੁਲਿਸ ਨੇ ਜਿਹੜਾ ਹੈ ਬੰਦਾ ਐਕਸ਼ਨ ਇਸ ਆਦਮੀ ਦੇ ਅਗੇਂਸਟ ਲਿਆ, ਇਸ ਦੇ ਖਿਲਾਫ ਲਿਆ, ਜਿਸਨੇ ਕਿ ਕਾਫੀ ਦਾ ਗਰਮ ਕੱਪ ਉਹਦੇ ਉੱਪਰ ਸੁੱਟ ਦਿੱਤਾ ਸੀਗਾ। ਔਰ ਬਹੁਤ ਸਾਰੀ ਖਬਰਾਂ ਸਾਡੇ ਕੋਲ। ਔਰ ਸਕਾਰਪਰੋ ਦੇ ਵਿੱਚ ਜੇ ਦੇਖਿਆ ਜਾਏ ਤੇ ਹੁਣ ਬੜੀਆਂ ਲੰਬੀਆਂ ਲਾਈਨਾਂ ਲੱਗ ਰਹੀਆਂ ਨੇ। 18+ ਜਿਹੜੇ ਕਲੀਨਿਕਸ ਖੁੱਲੇ ਹੈਗੇ ਆ GTA ਦੇ ਵਿੱਚ। ਔਰ ਲੋਕੀ ਜਿਹੜੇ ਇੰਜੈਕਸ਼ਨਸ ਲਗਾਉਣ ਵਾਸਤੇ ਬਿਲਕੁਲ ਉਤਸੁਕ ਹੈਗੇ ਆ ਔਰ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ। ਇਸ ਦੇ ਵਿੱਚ ਡੇਵਿਡ ਔਰ ਮੈਰੀ ਥਾਮਸਨ ਕਾਲਜ ਇੰਸਟੀਚਿਊਟ ਦੇ ਵਿੱਚ ਅੱਜ ਟੀਕੇ ਲੱਗਣੇ, ਅੱਜ ਔਰ ਕੱਲ। ਔਰ 18 ਤੋਂ ਉੱਪਰ ਜਿਹੜੇ ਲੋਕ ਨੇ M1P ਕੋਸਟਲ ਕੋਡ ਦੇ ਵਿੱਚ। ਔਰ ਟਿਕਟਸ ਦਿੱਤੀਆਂ ਜਾ ਰਹੀਆਂ ਨੇ ਸੇਮ ਡੇ ਅਪਾਇੰਟਮੈਂਟਸ ਵਾਸਤੇ, ਜਿਹੜੇ ਵੀ ਪਹਿਲਾਂ ਲੋਕੀ ਆ ਜਾਂਦੇ ਨੇ। ਸਵੇਰੇ 7 ਵਜੇ ਤੋਂ ਸ਼ੁਰੂ ਹੈ ਸਿਲਸਿਲਾ। ਔਰ ਇੱਕ ਹੋਰ ਕਲੀਨਿਕ ਹੈ 125 ਬ੍ਰੋਕਲੇ ਡਰਾਈਵ ਦੇ ਉੱਪਰ, ਜਿਹੜਾ ਕਿ ਲਾਰੈਂਸ ਐਵੀਨਿਊ ਈਸਟ ਦੇ ਉੱਪਰ ਹੈ, ਬ੍ਰਿਮਲੀ ਰੋਡ ਦੇ ਉੱਪਰ। ਇਹ ਵੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਅੱਜ ਔਰ ਕੱਲ ਤੱਕ ਖੁੱਲਾ ਰਹੇਗਾ। ਇੱਥੇ ਵੀ ਜਿਹੜੀ ਹੈ ਲਾਈਨਾਂ ਲੰਬੀਆਂ ਲੱਗ ਰਹੀਆਂ ਨੇ। ਪੌਪ-ਅਪ ਵੈਕਸੀਨੇਸ਼ਨ ਕਲੀਨਿਕ ਇਸ ਤਰ੍ਹਾਂ ਹੀ ਡਾਊਨਸਵਿਊ ਏਰੀਨਾ ਦੇ ਵਿੱਚ ਵੀ ਹੈਗਾ ਹੈ, 1633 ਵਿਲਸਨ ਐਵੀਨਿਊ ਦੇ ਉੱਪਰ, ਜਿਹੜਾ ਕਿ ਜੇਨ ਔਰ ਵਿਲਸਨ ਦੇ ਉੱਪਰ ਹੈਗਾ। ਔਰ ਜਿਹੜੇ ਲੋਕੀ, ਜਿਹੜੇ ਅਡਲਟਸ 18 ਤੋਂ ਉੱਪਰ ਜਿਹੜੇ ਲੋਕ ਹੈਗੇ ਆ, ਇਹਨਾਂ ਪੋਸਟਲ ਕੋਡਸ ਦੇ ਵਿੱਚ ਰਹਿੰਦੇ ਨੇ M3J, M3K, M3M, M3N, M6M, M9L, M6M, M9N, ਇਹ ਸਾਰੇ ਐਲੀਜੀਬਲ ਹੋਣਗੇ। ਇਹ ਜਿਹੜੇ ਕਲੀਨਿਕਸ ਨੇ ਸਵੇਰੇ ਖੁੱਲੇ ਹੋਣਗੇ। 1500 ਡੋਜ਼ਸ ਇੱਥੇ ਵੀ ਅਵੇਲੇਬਲ ਹੋਣਗੀਆਂ। ਔਰ ਡਾਊਨਸਵੀ ਏਰੀਆ ਦੇ ਵਿੱਚ ਵੀ ਜਿਹੜੇ ਹੈ ਸ਼ਾਰਟਸ ਅੱਜ ਲਗਾਏ ਜਾ ਰਹੇ ਨੇ। ਔਰ ਜਿਨ੍ਹਾਂ ਦੀ ਉਮਰ 18 ਤੋਂ ਉੱਪਰ ਹੈਗੀ ਹੈ ਉਹ ਅਪਾਇੰਟਮੈਂਟ ਬੁੱਕ ਕਰਾ ਸਕਦੇ ਨੇ। L1S, L1T, L1V, L1X, L1Z, ਇੱਥੇ ਤੁਸੀਂ ਆਪਣੀ ਅਪਾਇੰਟਮੈਂਟਸ ਜਿਹੜੀਆਂ ਬੁੱਕ ਕਰਾ ਸਕਦੇ ਹੋ। ਤੇ ਤੜ ਲੋਕੀ ਜਿਹੜੇ ਹੈ ਆਪਣੀ ਅਪਾਇੰਟਮੈਂਟਸ ਬੁੱਕ ਕਰਾ ਰਹੇ ਨੇ। ਇਹਨਾਂ ਵੈਕਸੀਨ ਕਲੀਨਿਕਸ ਦੇ ਵਿੱਚ ਲਾਈਨ ਲੱਗੀ ਹੋਈ ਹੈ ਤਾਂ ਕਿ ਲੋਕੀ ਜਿਹੜੇ ਆਪਣੇ ਸ਼ਾਟਸ ਲਗਵਾ ਸਕਣ। अपने घर के खाने में कुछ अलग ही बात होती है, चाहे वो मक्खन वाली दाल हो या घी वाली इडलियां। आखिर वैरायटी भी तो जरूरी है ना। और जब टाइम ना मिले तब क्या, खाना जो भी हो, ब्राड्स का स्वाद और अपनों का साथ हमेशा आपके साथ रहेगा। ब्राड्स, फूड कल्चर ऑफ इंडिया। न्यू स्माइल डेंचर क्लिनिक, ਇੱਥੇ ਕੰਪਲੀਟ ਡੈਂਚਰ, ਪਾਰਸ਼ੀਅਲ ਡੈਂਚਰ, ਫਲੈਕਸੀਬਲ ਡੈਂਚਰ, ਇਮੀਡੀਏਟ ਡੈਂਚਰ ਤੇ ਇੰਪਲਾਂਟਡ ਡੈਂਚਰ ਕੀਤੇ ਜਾਂਦੇ ਹਨ। ਡੈਂਚਰ ਰਿਲੇਟਡ ਸਾਰਾ ਕੰਮ ਸਾਡੀ ਲੈਬ ਦੇ ਵਿੱਚ ਹੀ ਹੁੰਦਾ ਹੈ, ਇਸ ਲਈ ਕੁਆਲਿਟੀ ਵਧੀਆ ਤੇ ਕੀਮਤਾਂ ਮੁਨਾਸਿਬ ਹੁੰਦੀਆਂ ਹਨ। ਸਾਡੇ ਨਾਲ ਡੈਂਟਿਸਟ ਦੀ ਪੂਰੀ ਟੀਮ ਜੁੜੀ ਹੋਈ ਹੈ। ਦੰਦ ਕਢਵਾਉਣ ਲਈ ਜਾਂ ਲਗਵਾਉਣ ਲਈ ਜਾਂ ਫਿਰ ਇੰਪਲਾਂਟਡ ਡੈਂਚਰ ਕਰਵਾਉਣ ਲਈ ਹਮੇਸ਼ਾ ਯਾਦ ਰੱਖੋ ਨਿਊ ਸਮਾਈਲ ਡੈਂਚਰ ਕਲੀਨਿਕ। ਡੈਂਚਰ ਰਿਲੇਟਡ ਸਾਰੀਆਂ ਜ਼ਰੂਰਤਾਂ ਲਈ ਕਾਲ ਕਰੋ 416 746 4500।
ਟ੍ਰੈਫਿਕ ਟਿਕਟਾਂ, ਸਪੀਡਿੰਗ ਦੀ ਟਿਕਟ, ਸਟੰਟ ਡਰਾਈਵਿੰਗ, ਕੇਅਰਲੈਸ ਡਰਾਈਵਿੰਗ, ਸਸਪੈਂਡਡ ਲਾਇਸੈਂਸ ਤੇ ਗੱਡੀ ਚਲਾਉਣਾ ਜਾਂ ਫਿਰ ਰੈੱਡ ਲਾਈਟ ਕੈਮਰੇ ਦੀ ਟਿਕਟ ਹੋਵੇ। ਪੁਆਇੰਟ ਸੇਵਰ ਦੇ ਕਾਨੂੰਨੀ ਐਕਸਪਰਟ ਅਫੋਰਡੇਬਲ ਆਪਸ਼ਨਾਂ ਨਾਲ ਤੁਹਾਡੇ ਜੁਰਮਾਨੇ ਘੱਟ ਜਾਂ ਫਿਰ ਮਾਫ ਕਰਵਾ ਸਕਦੇ ਹਨ। ਇਹ ਹਾਰੇ ਹੋਏ ਕੇਸਾਂ ਦੀ ਅਪੀਲ ਵੀ ਕਰਦੇ ਹਨ। ਟ੍ਰੈਫਿਕ ਟਿਕਟਾਂ ਨਾਲ ਆਪ ਨਜਿੱਠਣ ਦੀ ਬਜਾਏ ਪੁਆਇੰਟ ਸੇਵਰ ਦੇ ਐਕਸਪਰਟਸ ਨੂੰ ਕਾਲ ਕਰੋ 844 764 6877 844 764 6877। ਸਮੋਸਾ ਐਂਡ ਸਵੀਟ ਫੈਕਟਰੀ ਤੁਹਾਡੇ ਇੰਨੇ ਸਾਲਾਂ ਦੇ ਸਾਥ ਤੇ ਵਿਸ਼ਵਾਸ ਲਈ ਧੰਨਵਾਦ ਕਰਦਾ ਹੈ। ਅੱਜ ਅਸੀਂ ਇਸ ਕਾਬਲ ਹਾਂ ਕਿ 500-1000 ਡੱਬੇ ਦਾ ਆਰਡਰ ਫਿਊ ਆਵਰਸ ਵਿੱਚ ਰੈਡੀ ਕਰਦੇ ਹਾਂ। ਸੋ ਆਰਡਰ ਛੋਟਾ ਹੋਵੇ ਜਾਂ ਵੱਡਾ, ਆਲਵੇਜ਼ ਰਿਮੈਂਬਰ ਪਿਓਰ ਵੈਜੀਟੇਰੀਅਨ, ਹਾਈਲੀ ਹਾਈਜੀਨ। ਖਬਰ ਦੱਸਦੇ ਹੈ ਕਿ ਫਾਈਜ਼ਰ ਓਨਟਾਰੀਓ ਦਾ ਜਿਹੜਾ ਹੈ ਟੀਚਾ ਹੈਗਾ ਹੈ ਕਿ ਸਾਰੇ ਲੋਕ ਜਿਨ੍ਹਾਂ ਦੀ ਉਮਰ 18 ਤੋਂ ਉੱਪਰ ਹੈਗੀ ਆ ਉਹਨਾਂ ਨੂੰ ਵੈਕਸੀਨੇਟ ਕੀਤਾ ਜਾਏ ਮਈ ਮਹੀਨੇ ਦੇ ਅਖੀਰ ਤੱਕ। ਔਰ ਫਾਈਜ਼ਰ ਦੀ ਜਿਹੜੀ ਡੋਜ਼ਸ ਨੇ ਉਹ ਰੈਂਪ ਅਪ ਹੋ ਰਹੀਆਂ ਨੇ। ਤਕਰੀਬਨ 500 ਮਿਲੀਅਨ ਡੋਜ਼ ਜਿਹੜੀਆਂ ਫਾਈਜ਼ਰ ਦੀਆਂ ਆਉਣ ਵਾਲੀਆਂ ਨੇ ਔਰ ਇਹਨਾਂ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਫਾਈਜ਼ਰ ਤੋਂ ਬਹੁਤ ਸਾਰੀ ਵੈਕਸੀਨ ਆਣੀ ਹੈ। ਐਂਡ ਆਫ ਮੇ ਤੱਕ ਕਾਫੀ ਵੈਕਸੀਨ ਜਿਹੜੀ ਫਾਈਜ਼ਰ ਨੂੰ ਆ ਜਾਣੀ, ਜਿਸ ਤਰ੍ਹਾਂ ਸੇ ਤੁਹਾਨੂੰ ਦੱਸਿਆ ਹੈ। ਔਰ ਜੂਨ ਮਹੀਨੇ ਤੱਕ 500 ਮਿਲੀਅਨ ਡੋਜ਼ਸ ਫਾਈਜ਼ਰ ਦੀਆਂ ਆਣੀਆਂ। ਹੈਲਥ ਮਿਨਿਸਟਰ ਕ੍ਰਿਸਟੀਨ ਇਲੀਅਟ ਦਾ ਕਹਿਣਾ ਹੈ ਕਿ ਇਹ ਜਿਹੜੀ ਹੁਣ ਪ੍ਰੋਵਿੰਸ ਦੇ ਵਿੱਚ ਰੋਲ ਆਊਟ ਵੈਕਸੀਨ ਦਾ ਹੋਰ ਵੀ ਤੇਜ਼ ਹੋ ਜਾਏਗਾ ਔਰ 1,06,700 ਡੋਜ਼ਸ ਜਿਹੜੀਆਂ ਨੇ ਹਰ ਰੋਜ਼ ਲਗਾਈਆਂ ਜਾ ਰਹੀਆਂ ਨੇ। ਔਰ ਅਸੀਂ ਬਿਲਕੁਲ ਔਨ ਟਰੈਕ ਹੈਗੇ ਹਾਂ। 40% ਪਾਪੂਲੇਸ਼ਨ ਜਿਨ੍ਹਾਂ ਦੀ ਉਮਰ 18 ਤੋਂ ਉੱਪਰ ਹੋਏਗੀ ਪਹਿਲੀ ਡੋਜ਼ ਉਹਨਾਂ ਨੂੰ ਦੇ ਦਿੱਤੀ ਜਾਏਗੀ 1 ਮਈ ਤੱਕ। ਔਰ ਇਸ ਰੇਟ ਤੇ ਪ੍ਰੋਵਿੰਸ ਦੇ ਦੇਖਿਆ ਜਾ ਰਿਹਾ ਪ੍ਰੋਵਿੰਸ ਦੇ ਵਿੱਚ ਕਿ 18 ਤੋਂ ਉੱਪਰ ਜਿਹੜੇ ਲੋਕ ਹੋਣਗੇ ਆਪਣੀ ਵੈਕਸੀਨ ਅਪਾਇੰਟਮੈਂਟ ਜਿਹੜੀ ਹੈ ਓਨਟਾਰੀਓ ਦੇ ਜਿਹੜੇ ਆਨਲਾਈਨ ਪੋਰਟਲ ਹੈਗਾ ਉਹ ਤੋਂ ਬੁੱਕ ਕਰਾ ਸਕਦੇ ਨੇ। 24 ਮਈ ਤੱਕ ਸਾਰਿਆਂ ਦੀ ਜਿਹੜੀ ਬੁਕਿੰਗ ਹੋ ਜਾਏਗੀ। ਔਰ ਫਾਈਜ਼ਰ ਦੀ ਜਿਹੜੀ ਬਹੁਤ ਵੱਡੀਆਂ ਸ਼ਿਪਮੈਂਟਸ ਹੁਣ ਆਉਣ ਵਾਲੀਆਂ ਨੇ। ਹੁਣ 2,36,000 ਡੋਜ਼ਸ ਮੋਡਰਨਾ ਦੀਆਂ ਵੀ ਆਉਣ ਵਾਲੀਆਂ ਨੇ, ਜਿਹੜੀਆਂ ਕਿ ਪਹਿਲੇ ਅਪ੍ਰੈਲ ਮਹੀਨੇ ਦੇ ਵਿੱਚ ਆਣੀਆਂ ਸੀਗਾ, ਡਿਲੇ ਹੋ ਗਈਆਂ ਸੀਗੀਆਂ। ਇਸ ਹਫਤੇ ਉਹ ਵੀ ਓਨਟਾਰੀਓ ਦੇ ਵਿੱਚ ਆ ਰਹੀਆਂ ਨੇ। ਔਰ ਇਸ ਦੇ ਨਾਲ ਨਾਲ ਫਾਈਜ਼ਰ ਸ਼ਾਟਸ ਜਿਹੜਾ ਨਾ ਕਈ ਲੋਕੇਸ਼ਨਸ ਦੇ ਵਿੱਚ ਅਵੇਲੇਬਲ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਾਰਮੇਸਿਸ ਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਔਰ ਓਨਟਾਰੀਓ ਦੇ ਜਿਹੜੇ ਫਾਰਮਾਸਿਸਟ ਐਸੋਸੀਏਸ਼ਨ ਦੇ CEO ਨੇ ਉਹਨਾਂ ਦਾ ਕਹਿਣਾ ਹੈ ਕਿ ਫਾਰਮੇਸਿਸ ਜਿਹੜੀ ਫੋਰਡ ਸਰਕਾਰ ਦੇ ਨਾਲ ਮਿਲ ਕੇ ਕੰਮ ਕਰ ਰਹੀਆਂ ਹੈ ਤਾਂ ਕਿ ਹੌਟਸਪੌਟ ਫਾਰਮੇਸਿਸ ਦੇ ਵਿੱਚ ਫਾਈਜ਼ਰ ਦੀ ਵੈਕਸੀਨ ਵੀ ਦਿੱਤੀ ਜਾਏ। ਔਰ ਪ੍ਰੋਵਿੰਸ ਨੂੰ ਐਡੀਸ਼ਨਲ ਮੋਡਰਨਾ ਦੀ ਜਿਹੜੀ ਸ਼ਾਟਸ 3,88,100 ਡੋਜ਼ਸ ਜਿਹੜੀਆਂ ਨੇ ਮਈ 10 ਵਾਲੇ ਵੀਕ ਦੇ ਵਿੱਚ ਮਿਲ ਜਾਣਗੀਆਂ। ਔਰ ਐਸਟਰਾਜ਼ੇਨੇਕਾ ਦੇ ਵੈਕਸੀਨ ਹਜੇ ਆ ਰਹੀ ਹੈ ਕਿ ਨਹੀਂ ਆ ਰਹੀ, ਇਸ ਦੇ ਬਾਰੇ ਕੋਈ ਹਜੇ ਗੱਲ ਨਹੀਂ ਕੀਤੀ ਜਾ ਰਹੀ। ਪਰ ਇਸ ਦੇ ਨਾਲ ਨਾਲ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜੌਨਸਨ ਐਂਡ ਜੌਨਸਨ ਦੀ ਜਿਹੜੀ ਸਿੰਗਲ ਡੋਜ਼ ਵੈਕਸੀਨ ਹੈਗੀ ਹੈ ਉਸ ਦੀ ਸੇਫਟੀ ਕਿੰਨੀ ਕੁ ਹੈਗੀ ਹੈ। ਪਰ ਚੰਗੀ ਗੱਲ ਹੈ ਕਿ ਫਾਈਜ਼ਰ ਦੇ ਸ਼ਾਟਸ ਬਹੁਤ ਸਾਰੇ ਆ ਰਹੇ ਨੇ। ਮੋਡਰਨਾ ਦਾ ਬੈਕਲੌਗ ਵੀ ਕਲੀਅਰ ਹੋ ਗਿਆ ਹੈ, ਜਿਸ ਦੇ ਨਾਲ ਕਿ ਵੈਕਸੀਨਾਈਜੇਸ਼ਨ ਜਿਹੜੀ ਨੇ ਇਹ ਜਿਹੜਾ ਪ੍ਰੋਸੈਸ ਹੈਗਾ ਵੈਕਸੀਨੇਸ਼ਨ ਦਾ ਇਹ ਹੋਰ ਵੀ ਤੇਜ਼ ਹੋ ਜਾਏਗਾ। ਸਮੋਸਾ ਐਂਡ ਸਵੀਟ ਫੈਕਟਰੀ ਤੁਹਾਡੇ ਇੰਨੇ ਸਾਲਾਂ ਦੇ ਸਾਥ ਤੇ ਵਿਸ਼ਵਾਸ ਲਈ ਧੰਨਵਾਦ ਕਰਦਾ ਹੈ। ਅੱਜ ਅਸੀਂ ਇਸ ਕਾਬਲ ਹਾਂ ਕਿ 500-1000 ਡੱਬੇ ਦਾ ਆਰਡਰ ਫਿਊ ਆਵਰਸ ਵਿੱਚ ਰੈਡੀ ਕਰਦੇ ਹਾਂ। ਸੋ ਆਰਡਰ ਛੋਟਾ ਹੋਵੇ ਜਾਂ ਵੱਡਾ, ਆਲਵੇਜ਼ ਰਿਮੈਂਬਰ ਪਿਓਰ ਵੈਜੀਟੇਰੀਅਨ, ਹਾਈਲੀ ਹਾਈਜੀਨਿਕ, HACCP and GMP certified. Samosa and Sweet Factory, 1850 Albion Road, Unit 6, Etobicoke. Call 416-241-2600 or 416-213-1165 or visit samosasweetfactory.com. Canada ਵਿੱਚ ਸਾਡੀ ਹੋਰ ਕੋਈ ਲੋਕੇਸ਼ਨ ਨਹੀਂ, so beware of copycats. ਕਪੂਰ ਚੱਲ ਵਸੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਇੱਕ ਹੋਰ ਭਰਾ ਜਿਹੜਾ ਸਭ ਤੋਂ ਛੋਟਾ ਭਰਾ ਰਾਜੀਵ ਕਪੂਰ, ਜੇ ਤੁਹਾਨੂੰ ਯਾਦ ਹੋਵੇ, ਰਾਮ ਤੇਰੀ ਗੰਗਾ ਮੈਲੀ, ਉਹਨਾਂ ਦੀ ਵੀ ਡੈਥ ਹੋ ਚੁੱਕੀ ਹੈ। ਔਰ ਪਤਾ ਲੱਗਾ ਹੈ ਕਿ ਰਣਧੀਰ ਕਪੂਰ ਜਿਹੜੇ ਹੈ ਸਭ ਤੋਂ ਵੱਡੇ ਭਰਾ, ਉਹ ਵੀ ਇਸ ਵੇਲੇ ਕੋਵਿਡ-19 ਨਾਲ ਪੋਜ਼ਿਟਿਵ ਨੇ ਤੇ ਉਹਨਾਂ ਨੂੰ ਵੀ ਹਸਪੀਟਲ ਦੇ ਵਿੱਚ ਐਡਮਿਟ
ਕਰਵਾਇਆ ਗਿਆ ਹੈ। ਔਰ ਜੇ ਗੱਲ ਕਰੀਏ ਇਹਦੇ ਨਾਲ ਭਾਰਤ ਦੇ ਇਲੈਕਸ਼ਨ ਦੀ ਤਾਂ ਪਤਾ ਲੱਗਾ ਹੈ ਕਿ ਜਿਹੜੇ ਐਗਜ਼ਿਟ ਪੋਲ ਆਏ ਹੈ ਇਹਨਾਂ ਦੇ ਮੁਤਾਬਕ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਸਰਕਾਰ ਮੁੜ ਤੋਂ ਬਣਨ ਜਾ ਰਹੀ ਹੈ। तो बीजेपी ने पूरा जोर लगाया, हर हालत में इलैक्शन जितने वास्ते पूरी ताकत झोंक दी, पर एग्जिट पोल दस रहे हैं कि मेजोरिटी मिलेगी ममता बनर्जी नूं। बीजेपी 100 तो वध सीटां जरूर जित सकती है पर मेजोरिटी तो बहुत पिछे रह जाएगी। और DMK चोण जितन जा रही है तमिलनाडु दे विच, और केरला दे विच लैफ्ट वाले जिहड़े है खब्बे पक्षी कम्युनिस्ट जिहड़े है ਉਹਨਾਂ ਦੀ ਸਰਕਾਰ ਮੁੜ ਤੋਂ ਬਣਨ ਜਾ ਰਹੀ ਹੈ। ਆਸਾਮ 'ਚ BJP ਦੀ ਸਰਕਾਰ ਮੁੜ ਤੋਂ ਬਣ ਰਹੀ ਹੈ, ਲੇਕਿਨ ਕਾਂਗਰਸ ਨਾਲ ਬਹੁਤ ਜ਼ਿਆਦਾ ਕਾਂਟੇ ਦੀ ਟੱਕਰ ਹੋਵੇਗੀ। ਇਹ ਸਾਰੀਆਂ ਖਬਰਾਂ ਤੁਹਾਡੇ ਲਈ ਅਸੀਂ ਪੇਸ਼ ਕੀਤੀਆਂ। ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜੀ, ਸਟਾਰ 11 ਹੋਮ ਐਨਹੈਂਸਰ ਤੁਹਾਡੇ ਘਰ ਦੇ ਵਿੱਚ ਜਿਹੜਾ ਵੀ ਕੰਮ ਹੁੰਦਾ ਹੈ, ਕੰਸਟਰਕਸ਼ਨ ਦਾ, ਰੈਨੋਵੇਸ਼ਨ ਦਾ, ਅਪਗ੍ਰੇਡਿੰਗ ਦਾ, ਸਾਰਾ ਹੀ ਕੰਮ ਕਰ ਦਿੰਦੇ ਆ। ਵਨ ਸਟਾਪ ਇਹ ਸ਼ਾਪ ਹੈ। ਕੰਕਰੀਟ ਫਾਰਮਿੰਗ, ਇੰਟੀਰੀਅਰ ਡਿਜ਼ਾਈਨਿੰਗ, ਅਪਗ੍ਰੇਡਿੰਗ, ਐਕਸਟੀਰੀਅਰ ਸ਼ੈਡਜ਼, ਪਰਗੋਲਾਜ਼, ਲਗਜ਼ਰੀ ਕਿਚਨ, ਬੇਸਮੈਂਟ, ਸਭ ਦੇ ਲਈ ਲਾਲ ਅਮਨ ਸਿੰਘ ਨਾਲ ਕਰੋ ਗੱਲ। 905 746 8111 ਫੋਨ ਨੰਬਰ ਹੈ। ਔਰ ਵੈਲਕਮ ਕੀਤਾ ਜਾਂਦਾ ਹੈ ਨਵੇਂ ਪੇਸ਼ੈਂਟਸ ਨੂੰ ਵਾਈਟਲ ਅਰਜੈਂਟ ਕੇਅਰ 'ਤੇ ਵੀ, ਮੰਡੇ ਟੂ ਫਰਾਈਡੇ 10 to 6, ਸੈਟਰਡੇ 10 to 2। ECG, ਫਾਰਮੇਸੀ, ਲੈਬ ਸਭ ਦੇ ਨਾਲ ਲੈਸ ਹੈ। ਇਹ ਬਹੁਤ ਹੀ ਵਧੀਆ ਕਲੀਨਿਕ, ਤੁਹਾਡੀ ਆਪਣੀ ਜ਼ੁਬਾਨ ਬੋਲਦੇ ਡਾਕਟਰ, ਉਹਨਾਂ ਦਾ ਸਟਾਫ। 9057890010 905 799 0010 ਫੋਨ ਨੰਬਰ ਹੈ। ਚਾਈਲਡ ਕੇਅਰ ਵਰਕਰਸ ਜਿਹੜੇ ਹੈਗੇ ਆ ਓਨਟਾਰੀਓ ਦੇ ਵਿੱਚ, ਉਹ ਹੁਣ ਆਪਣੀ COVID-19 ਦੀ ਵੈਕਸੀਨ ਅੱਜ ਤੋਂ ਬੁੱਕ ਕਰਾ ਸਕਦੇ ਨੇ। ਸਵੇਰੇ 8 ਵਜੇ ਤੋਂ ਇਹ ਪ੍ਰੋਗਰਾਮ ਜਿਹੜਾ ਸ਼ੁਰੂ ਹੋ ਗਿਆ ਹੈ। ਜਿਹੜੇ ਵੀ ਐਲੀਜੀਬਲ ਵਰਕਰਸ ਹੋਣਗੇ ਲਾਇਸੈਂਸਡ ਚਾਈਲਡ ਕੇਅਰ ਸੈਟਿੰਗਸ ਦੇ ਵਿੱਚ, ਉਹਨਾਂ ਨੂੰ ਲੈਟਰ ਮਿਲੇਗੀ ਆਪਣੇ EMPLOYERS ਵੱਲੋਂ, ਔਰ ਜਿਹੜੀ ਉਹਨਾਂ ਨੂੰ ਅਵੇਲੇਬਲ ਕਰਾਣੀ ਪਏਗੀ ਆਪਣੀ ਬੁਕਿੰਗ ਵਾਸਤੇ, ਔਰ ਅਪਾਇੰਟਮੈਂਟ ਵਾਸਤੇ ਵੀ ਉਹਨਾਂ ਨੂੰ ਇਸ ਲੈਟਰ ਦੀ ਲੋੜ ਹੋਏਗੀ। ਆਉਣ ਵਾਲੇ ਹਫ਼ਤਿਆਂ ਦੇ ਵਿੱਚ ਫਿਰ ਜਿਹੜੀ ਐਲੀਜੀਬਿਲਿਟੀ ਹੈ ਇਸ ਨੂੰ ਐਕਸਪੈਂਡ ਕੀਤਾ ਜਾਏਗਾ ਚਾਈਲਡ ਕੇਅਰ ਵਰਕਰਸ ਵਾਸਤੇ ਵੀ, ਜਿਹੜੇ ਕਿ ਅਨਲਾਇਸੈਂਸਡ ਚਾਈਲਡ ਕੇਅਰ ਸੈਟਿੰਗਸ ਵਿੱਚ ਹੈਗੇ ਹੈ। ਫਿਲਹਾਲ ਜਿਹੜੇ ਲਾਇਸੈਂਸਡ ਚਾਈਲਡ ਕੇਅਰ ਸੈਟਿੰਗਸ ਦੇ ਵਿੱਚ ਜਿਹੜੇ ਵਰਕਰਸ ਕੰਮ ਕਰ ਰਹੇ ਹੈ, ਉਹਨਾਂ ਨੂੰ ਇਹ ਅਪਾਇੰਟਮੈਂਟਸ ਦਿੱਤੀਆਂ ਜਾ ਰਹੀਆਂ ਨੇ। ਔਰ ਆਲਰੇਡੀ ਪ੍ਰੋਵਿੰਸ਼ੀਅਲ ਸਿਸਟਮ ਦੇ ਵਿੱਚ ਜਿਹੜੇ ਹੌਟਸਪੌਟ ਨੇਬਰਹੁੱਡਸ ਹੈਗੇ ਹੈ, ਉੱਥੇ 45 ਤੋਂ ਉੱਪਰ ਦੇ ਜਿਹੜੇ ਰੈਜ਼ੀਡੈਂਟਸ ਹੈਗੇ ਹੈ, ਉਹ ਆਪਣੀ ਅਪਾਇੰਟਮੈਂਟ ਹੁਣ ਬੁੱਕ ਕਰਾ ਸਕਦੇ ਨੇ। ਔਰ ਕੈਫੇ ਟੋਰਾਂਟੋ ਦੇ ਵੀ ਜਿਹੜੇ ਪੈਟੀਓ ਦੀ ਇੰਸਟਾਲੇਸ਼ਨਸ ਉਹ ਆਲਰੇਡੀ ਸ਼ੁਰੂ ਹੋ ਚੁੱਕੀਆਂ ਨੇ। ਹਾਲਾਂਕਿ ਸਟੇ ਐਟ ਹੋਮ ਆਰਡਰਸ ਲੱਗੇ ਹੋਏ ਨੇ, ਪਰ 8 ਮਈ ਤੋਂ ਇਹ ਜਿਹੜੀ ਇੰਸਟਾਲੇਸ਼ਨਸ ਸ਼ੁਰੂ ਹੋ ਜਾਣਗੀਆਂ। ਔਰ ਮੇਅਰ ਜੌਨ ਟੋਰੀ ਹੋਰਾਂ ਦਾ ਕਹਿਣਾ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਇਹਨਾਂ ਰੈਸਟੋਰੈਂਟਸ ਦਾ ਔਰ ਇਹਨਾਂ ਬਾਰਸ ਵਗੈਰਾ ਦਾ ਹੋਰ ਨੁਕਸਾਨ ਹੋਏ, ਤੇ ਇਸ ਕਰਕੇ ਇਹਨਾਂ ਨੂੰ ਇਹ ਇਜਾਜ਼ਤ ਦੇ ਦਿੱਤੀ ਗਈ ਹੈ ਕਿ ਉਹ ਆਪਣੇ ਪੈਟੀਓਸ ਵਗੈਰਾ ਨੂੰ ਤਿਆਰ ਕਰ ਦੇਣ। ਪਰ ਜਿਸ ਤਰ੍ਹਾਂ ਹੀ ਫਿਰ ਪਰਮਿਸ਼ਨ ਮਿਲੇਗੀ ਉਸੇ ਵੇਲੇ ਫਿਰ ਜੇ ਪੈਟੀਓ ਆਲਰੇਡੀ ਤਿਆਰ ਹੋਣਗੇ ਤੇ ਇਮੀਡੀਏਟਲੀ ਉੱਥੇ ਇਹ ਜਿਹੜੇ ਹੈ ਵਰਕਿੰਗ ਦੇ ਵਿੱਚ ਆ ਜਾਣਗੇ। ਇਸ ਕਰਕੇ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਹੈ ਕਿ ਉਹ ਤਿਆਰ ਹਜੇ ਕਰ ਲੈਣ ਆਪਣੇ ਪੈਟੀਓਸ ਨੂੰ, ਭਾਵੇਂ ਕਿ ਹਜੇ ਪਰਮਿਸ਼ਨ ਮਿਲਣ ਨੂੰ ਥੋੜਾ ਟਾਈਮ ਹੈਗਾ। ਔਰ ਲੋਫੇਅਰ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਵੀ ਸਮਾਪਤੀ ਵਾਲੇ ਪਾਸੇ ਹੈ। ਇੱਕ ਬੜੇ ਹੀ ਬਿਹਤਰੀਨ ਕਲਾਕਾਰ ਨੇ ਅੱਜ ਦੇ ਦਿਨ ਸਾਨੂੰ ਦਿੱਤਾ ਸੀ ਵਿਛੋੜਾ, ਔਰ ਉਸ ਤੋਂ ਇਲਾਵਾ ਵੀ ਬਹੁਤ ਲੋਕ ਜਿਹੜੇ COVID-19 ਦੇ ਦੌਰਾਨ ਚਲੇ ਗਏ ਹੈ, ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਤੁਹਾਨੂੰ ਇੱਕ ਤੁਹਾਡੇ ਨਾਲ ਇਹ ਵੀ ਜਾਣਕਾਰੀ ਸਾਂਝੀ ਕਰਾਂਗੇ। ਆ ਡੱਬਾ ਚੱਕ ਖਬਰ ਹੋਵੇ ਰਾਸ਼ਟਰੀ, ਖਾਨ ਤੁਹਾਨੂੰ ਪਤਾ ਹੈ ਜਿਨ੍ਹਾਂ ਨੇ ਨਾ ਸਿਰਫ ਹਾਲੀਵੁੱਡ ਦੇ ਵਿੱਚ, ਬਾਲੀਵੁੱਡ ਦੇ ਵਿੱਚ ਬਹੁਤ ਨਾਮ ਬਣਾਇਆ, ਥੀਏਟਰ ਦੀ ਦੁਨੀਆ ਵਿੱਚ ਵੀ ਉਹਨਾਂ ਦਾ ਕਮਾਲ ਦਾ ਕੰਮ ਸੀ। ਬੜੇ ਸਧਾਰਨ ਦਿਖਣ ਵਾਲੇ ਇਰਫਾਨ ਖਾਨ ਬਹੁਤ ਹੀ ਇੱਕ ਸੰਜੀਦਾ ਇਨਸਾਨ ਵੀ ਸਨ, ਲੇਕਿਨ ਉਸ ਤੋਂ ਕਿਤੇ ਜ਼ਿਆਦਾ ਬਿਹਤਰੀਨ ਐਕਟਰ ਵੀ ਸਨ। ਉਹਨਾਂ ਦੀ ਪਤਨੀ ਸੁਤਾਪਾ ਜਿਹੜੀ ਉਹ ਕਹਿੰਦੇ ਹੱਸ ਰਹੇ ਸੀ ਅੱਜ, ਉਹ ਕਹਿੰਦੇ ਜੀ ਮੇਰੇ ਘਰ ਵਾਲੇ ਨੂੰ ਸ਼ੁਰੂ ਜਦੋਂ ਸਾਡਾ ਅਫੇਅਰ ਚੱਲ ਰਿਹਾ ਸੀ ਤੇ ਨਾਮ ਲੈਣਾ ਬੜਾ ਔਖਾ ਸੀ, ਸੁਟਾਪਾ। ਤੇ ਉਦੋਂ ਇਹ ਦੋਨੋਂ ਜਣੇ
ਜਿਹੜਾ ਦਿੱਲੀ ਦੇ ਵਿੱਚ ਹੈ ਉੱਥੇ ਪੜ੍ਹਾਈ ਕਰਦੇ ਸੀ ਔਰ ਉਸ ਦੌਰਾਨ ਹੀ ਇਹਨਾਂ ਦੀ ਮੁਲਾਕਾਤ ਹੋਈ। ਤੋ ਇਰਫਾਨ ਖਾਨ ਨੇ ਜਿੱਥੇ ਇੰਡੀਅਨ ਮੂਵੀ ਫਿਲਮਸ ਦੇ ਵਿੱਚ ਕੰਮ ਕਰਦਿਆਂ ਇੱਕ ਨਵਾਂ ਟ੍ਰੈਂਡ ਸ਼ੁਰੂ ਕੀਤਾ। ਮਨੋਜ ਬਾਜਪਾਈ, ਇਰਫਾਨ ਖਾਨ, ਹੁਣ ਜਿਹੜਾ ਨਵਾਜ਼ੁਦੀਨ ਸ਼ਾਹ ਕਹਿ ਲਓ, ਪੰਕਜ ਤ੍ਰਿਪਾਠੀ ਕਹਿ ਲਓ, ਇਸ ਜਿਹੜੀ ਕਲਾਸ ਦੇ ਐਕਟਰ ਆ ਰਹੇ ਹੈ, ਇਹ ਕੋਈ ਸਟਾਰ ਨਹੀਂ ਹੈਗੇ, ਇਹ ਸਹੀ ਮਾਇਨੇ 'ਚ ਐਕਟਰ ਨੇ। ਤੋ ਇਰਫਾਨ ਖਾਨ ਦੀ ਬਹੁਤ ਹੀ ਜਿਹੜੀ ਬਹੁਤ ਹੀ ਟ੍ਰੈਜਡੀ ਇਹ ਕਹਾਂਗੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਪਹਿਲਾਂ ਕੈਂਸਰ ਹੋਇਆ, ਇੰਗਲੈਂਡ 'ਚ ਗਏ, ਲਗਭਗ ਸਾਲ ਡੇਢ ਸਾਲ ਉੱਥੇ ਇਲਾਜ ਚੱਲਿਆ, ਪਰਿਵਾਰ ਉਹਨਾਂ ਦੇ ਨਾਲ ਰਿਹਾ ਉੱਥੇ ਔਰ ਸੰਘਰਸ਼ ਕੀਤਾ ਉਹਨਾਂ ਨੇ ਬਹੁਤ ਜ਼ਿਆਦਾ, ਵਾਪਸ ਪਰਤੇ, ਫਿਰ ਫਿਲਮਾਂ 'ਚ ਕੰਮ ਕੀਤਾ ਔਰ ਹਿੰਦੀ ਮੀਡੀਅਮ ਫਿਲਮ ਜਿਹੜੀ ਉਹਨਾਂ ਨੇ ਬਹੁਤ ਖੂਬਸੂਰਤ ਬਣਾਈ ਸੀ ਆਪਣੇ ਬਿਮਾਰ ਹੋਣ ਤੋਂ ਪਹਿਲਾਂ, ਉਹਦਾ ਫਿਰ ਸੀਕੁਅਲ ਬਣਿਆ, ਪਰ ਇਹ ਅਫਸੋਸ ਕਿ ਉਹਨਾਂ ਦੀ ਆਖਰੀ ਫਿਲਮ ਸੀ। जी हाँ, और बहुत सारी फिल्में उन्होंने की हैं, जिस तरह दसिया ही है, पान सिंह तोमर, पीकू, बहुत अच्छी है, अंग्रेजी मीडियम, हिंदी मीडियम, पर इस ਦੇ ਨਾਲ ਇਹਨਾਂ ਨੂੰ ਬਹੁਤ ਅਵਾਰਡਸ ਮਿਲੇ, ਪਦਮ ਸ਼੍ਰੀ ਵੀ ਮਿਲਿਆ ਇਹਨਾਂ ਨੂੰ। ਪਰ ਇਹਨਾਂ ਨੇ ਜਿਹੜਾ ਹਾਲੀਵੁੱਡ ਦੀ ਫਿਲਮ ਕੀਤੀ ਲਾਈਫ ਆਫ ਪਾਈ, ਕਿਆ ਉਮਦਾ ਇਹਨਾਂ ਨੇ ਉਸ ਦੇ ਵਿੱਚ ਵੀ ਰੋਲ ਨਿਭਾਇਆ ਸੀਗਾ ਤੇ ਬਹੁਤ ਹੀ ਅੱਛੇ ਕਲਾਕਾਰ। ਔਰ ਜੁਰਾਸਿਕ ਪਾਰਕ 'ਚ ਵੀ ਬੜਾ ਕਮਾਲ ਦਾ ਕੰਮ ਸੀ। ਇਹ ਪਹਿਲੇ ਐਸੇ ਪੰਜਾਬ ਆਪਣੇ ਐਕਟਰ ਸੀ ਓਮਪੁਰੀ ਸਾਹਿਬ ਤੋਂ ਬਾਅਦ ਜਿਨ੍ਹਾਂ ਨੂੰ ਹਾਲੀਵੁੱਡ ਦੇ ਵਿੱਚ ਵੀ ਬਰਾਬਰ ਦਾ ਸਨਮਾਨ ਮਿਲਿਆ। ਔਰ ਉਹਨਾਂ ਦੀ ਫਿਲਮ ਪਿੱਕੂ ਤੋਂ ਅਸੀਂ ਤੁਹਾਨੂੰ ਗੀਤ ਸੁਣਾਉਂਦੇ ਜਾ ਰਹੇ ਹਾਂ ਔਰ ਉਹਨਾਂ ਦੇ ਨਤਮਸਤਕ ਹੁੰਦੇ ਹੋਇਆ ਬਹੁਤ ਹੀ ਉਮਦਾ ਕਲਾਕਾਰ